ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਕੱਲ ਪੰਜਾਬ 'ਚ ਜੋ ਜ਼ਹਿਰੀਲੀ ਸ਼ਰਾਬ ਦਾ ਕਹਿਰ ਹੋਇਆ ਉਸ ਦੀ ਜੀ ਹਾਂ, ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਦਾ ਦਰਦ ਪੂਰਾ ਪੰਜਾਬ ਮਹਿਸੂਸ ਕਰ ਰਿਹਾ ਹੈ। ਕਈ ਦਿਨਾਂ ਬਾਅਦ ਵੀ ਮੁੱਦਾ ਭਖਿਆ ਹੋਇਆ ਤੇ ਜ਼ਿਕਰ ਹੋ ਰਿਹਾ ਹੈ, ਮੰਗ ਹੋ ਰਹੀ ਹੈ ਇਨਸਾਫ ਦੀ। ਇਨਸਾਫ ਕਦੋਂ ਮਿਲੇਗਾ, ਕਿਵੇਂ ਮਿਲੇਗਾ? ਅਜਿਹੇ ਹਜ਼ਾਰਾਂ ਸਵਾਲ ਨੇ ਜਿਨ੍ਹਾਂ ਦੇ ਜਵਾਬ ਪੰਜਾਬੀ ਜਾਣਨਾ ਚਾਹੁੰਦੇ ਨੇ। ਸਰਕਾਰ ਸਖਤੀ ਕਰ ਰਹੀ ਹੈ, ਨਿਤ ਨਵੇਂ ਖੁਲਾਸੇ ਹੋ ਰਹੇ ਨੇ। ਮੰਤਰੀਆਂ ਦੇ ਨਾਲ ਆਉਂਦੀਆਂ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਕਈ ਸਵਾਲ ਖੜੇ ਕਰਦੀਆਂ ਨੇ। ਅੱਜ ਦੀ ਇਸ ਚਰਚਾ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਕੁਝ ਲੋਕਾਂ ਦੇ ਲਾਲਚ ਨੇ ਕਈ ਪਰਿਵਾਰਾਂ ਦੇ ਵਿੱਚ ਸੱਥਰ ਵਿਛਾ ਦਿੱਤਾ। ਇਹ ਸਵਾਲ ਇਸ ਲਈ ਕਿਉਂਕਿ ਮਾਮਲਾ ਤਾਂ ਸਾਰਾ ਨੋਟਾਂ ਦੇ ਆਲੇ ਦੁਆਲੇ ਹੀ ਘੁੰਮ ਰਿਹਾ ਹੈ। ਕੋਈ ਪੈਸਿਆਂ ਦੇ ਲਈ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਵੇਚਦਾ ਰਿਹਾ ਤੇ ਕੋਈ ਪੈਸਿਆਂ ਦੇ ਲਾਲਚ ਦੇ ਲਈ ਤਸਕਰਾਂ ਦੇ ਗੋਰਖ ਧੰਦੇ ਤੋਂ ਅੱਖਾਂ ਫੇਰਦਾ ਰਿਹਾ। ਗੱਲ ਅੱਜ ਸਿਆਸਤ ਦੀ ਵੀ ਕਰਾਂਗੇ ਕਿ ਆਖਿਰ ਇਸ ਮੁੱਦੇ ਤੇ ਸਿਆਸਤ ਕਿਉਂ ਹਾਵੀ ਹੋ ਰਹੀ ਹੈ। ਕਿਤੇ ਸਿਆਸਤ ਦੇ ਵਿੱਚ ਇਹ ਮੁੱਦਾ ਇਨਸਾਫ ਦੀ ਮੰਗ ਗੁੰਮ ਨਾ ਹੋ ਜਾਏ। ਖੈਰ ਅੱਜ ਦੇ ਇਸ ਮੁੱਦੇ ਦੇ ਉੱਤੇ ਚਰਚਾ ਕਰਾਂਗੇ, ਪਰ ਸ਼ੁਰੂਆਤ ਇਸ ਮਾਮਲੇ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਅੱਜ ਦੀ ਇੱਕ ਵੱਡੀ ਖਬਰ। ਜੀ ਹਾਂ, ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਸਮੇਂ ਦੀ ਵੱਡੀ ਬ੍ਰੇਕਿੰਗ ਨਿਊਜ਼ ਜਿਹੜੀ ਹੈਗੀ ਹੈ, ਸ਼ਰਾਬ ਮਾਮਲੇ ਦੇ ਨਾਲ ਜੁੜੀ ਹੋਈ ਨਿਊਜ਼ 18 ਪੰਜਾਬ ਤੁਹਾਨੂੰ ਦੇਣ ਜਾ ਰਿਹਾ ਹੈ। ਵੱਡੀ ਖਬਰ ਇਸ ਸਮੇਂ ਦੀ ਹੈ ਕਿ ਸ਼ਰਾਬ ਕਾਂਡ ਦੇ ਮੁਲਜ਼ਮਾਂ ਦੇ ਉੱਤੇ ਕਤਲ ਦਾ ਪਰਚਾ ਦਰਜ ਹੋਏਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਸਖਤ ਹੁਕਮ ਦਿੱਤੇ ਨੇ ਕਿ ਪ੍ਰਭਾਵਿਤ 3 ਜ਼ਿਲ੍ਹਿਆਂ ਦੇ ਐਸਐਸਪੀ ਤੇ ਡੀਸੀਜ਼ ਨੂੰ ਮੀਟਿੰਗ ਦੇ ਵਿੱਚ ਹੁਕਮ ਦਿੱਤੇ ਗਏ ਨੇ। ਮੁਲਜ਼ਮਾਂ ਤੇ ਅਜਿਹੀ ਧਾਰਾ ਲੱਗੇ ਕਿ ਜੇਲ੍ਹ ਦੇ ਵਿੱਚੋਂ ਨਾ ਛੁੱਟ ਸਕਣ। ਸਰਹੱਦੀ ਇਲਾਕਿਆਂ ਦੇ ਨਾਲ ਨਕਲੀ ਸ਼ਰਾਬ ਦਾ ਧੰਦਾ ਜੜੋਂ ਖਤਮ ਕਰ ਦਿੱਤਾ ਜਾਵੇ, ਇਹ ਵੀ ਮੁੱਖ ਮੰਤਰੀ ਕਹਿ ਰਹੇ ਨੇ। ਨਕਲੀ ਸ਼ਰਾਬ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣੀ ਹੋਵੇਗੀ। ਜਾਂਚ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਹੈ। ਕੈਪਟਨ ਨੇ ਅਫਸਰਾਂ ਨੂੰ ਸਖਤ ਹੁਕਮ ਦੇ ਦਿੱਤੇ ਨੇ, ਕੁਝ ਵੀ ਕਰੋ ਮੈਨੂੰ ਜ਼ਿਲ੍ਹੇ ਕਲੀਨ ਚਾਹੀਦੇ ਨੇ। ਸਰਕਾਰੀ ਅੰਕੜਿਆਂ ਦੇ ਮੁਤਾਬਕ ਜ਼ਹਿਰੀਲੀ ਸ਼ਰਾਬ ਦੇ ਕਾਰਨ ਹੁਣ ਤੱਕ 113 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਨਾਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। एक गल मैं करना चाहना बड़ी स्पष्ट तरीके नाल, there is no lady in this, there is no man in this, they are all criminals। और तुसी कोई ढिल नहीं करनी, जिन्हों फड़ना फड़ो। I want this thing cleaned up। एक गल I want this, I want every district to know this। This must be cleaned up totally। और ਇਹਦੇ ਵਿੱਚ कोई political interference at any level, I don't want to even hear about that। ਇਹ ਤਾਂ ਥੋੜੀ ਡੀਲਿੰਗ ਹੋਏਗੀ ਇੱਥੇ। The police has to deal with your DGP and your districts have to deal with the chief secretary। and मैं ਉਹਦੇ ਬੈਠਾ ਦੇਖਣ ਨੂੰ ਕਿ ਇਹ ਗੱਲਾਂ ਕੋਈ ਹੁੰਦੀਆਂ ਨਹੀਂ। ਇਸ ਤੋਂ ਇਲਾਵਾ ਇਹ ਹੁਣ ਨਵਾਂ ਜਿਹੜਾ ਕੰਮ ਚੱਲਿਆ ਕਿ ਦੂਰ ਜੇ ਸੂਬਿਆਂ ਦੇ ਵਿੱਚੋਂ ਸਮਗਲਿੰਗ ਹੋ ਕੇ ਰਾਜਸਥਾਨ ਤੋਂ ਜਾਂ ਹਰਿਆਣੇ ਤੋਂ ਜਾਂ ਹਿਮਾਚਲ ਤੋਂ ਇੱਧਰ ਆ ਰਹੀ ਹੈ ਸਾਡੇ into ਪੰਜਾਬ, that also must be put a block on। ਇਹ ਤੁਹਾਨੂੰ ਇਹ ਸਾਰਾ ਕੁਝ now you are the people ਜਿਨ੍ਹਾਂ ਨੇ ਇਸ ਨੂੰ implement ਕਰਨਾ ਹੈ। You are going through a difficult time, I agree, but you have to, this is an emergency for us, emergency for my state and your state। और ਇਹਦੇ ਵਿੱਚ ਜਿਹੜੇ ਆਪਣੇ ਲੋਕ ਵਿਚਾਰੇ ਮਰਦੇ ਨੇ, ਗਰੀਬ ਤੋਂ ਗਰੀਬ ਨੇ, ਇੱਕ no well-to-do person has died out of this। ਔਰ ਹੁਣ ਆਪਾਂ ਉਹਨਾਂ ਗਰੀਬਾਂ ਜਿਹੜੇ ਮਰੇ ਨੇ ਆਪਾਂ ਉਹਨਾਂ ਦੀ ਆਵਾਜ਼ ਹੈ, ਅਗਰ ਆਪਾਂ ਨਹੀਂ ਚੱਕਾਂਗੇ ਔਰ ਆਪਾਂ ਕੁਝ ਨਹੀਂ ਕਰਾਂਗੇ ਤੇ ਵਿਚਾਰੇ ਦਾ this is going to be very tragic for all of us। So my request to all of you is please put in the extra hours ਜਿੰਨੀਆਂ ਤੁਸੀਂ ਕਰ ਸਕਦੇ ਹੋ, ਜਿੰਨੀ ਸਖਤੀ ਕਰ ਸਕਦੇ ਹੋ, ਔਰ ਇਹਨੂੰ ਇੱਕਦਮ ਆਪਣਾ ਬਾਰਡਰ ਏਰੀਆ ਨੂੰ ਸਾਫ਼ ਕਰੋ। That is my instructions to all my police officers and all my district administrations। Please let me in the next few days hear that my district is clean। ਇਹ ਮੈਂ ਦੇਖਣਾ ਚਾਹੁੰਦਾ ਹਾਂ। ਤਾਂ ਮੁੱਖ ਮੰਤਰੀ ਕਹਿ ਰਹੇ ਨੇ ਕਿ ਸਖਤੀ ਕਰ ਦੋ, ਮੈਨੂੰ ਆਪਣੇ ਜ਼ਿਲ੍ਹੇ ਕਲੀਅਰ ਚਾਹੀਦੇ ਨੇ। ਡੀਸੀ ਐਸਐਸਪੀਸ ਨੂੰ ਹੁਕਮ ਦਿੱਤੇ ਗਏ ਨੇ। ਇਹ ਬਹੁਤ ਕਰੜਾ ਸੁਨੇਹਾ ਦੇਣ ਦੀ ਕੋਸ਼ਿਸ਼ ਮੁੱਖ ਮੰਤਰੀ ਨੇ ਦਿੱਤੀ ਹੈ, ਪਰ ਸਵਾਲ ਹੀ ਹੈ ਕਿ ਇਸ ਸਖਤੀ ਦਾ ਅਸਰ ਨਜ਼ਰ ਆਏਗਾ ਕਿ ਇਹ ਸਖਤੀ ਅਗਲੇ 15 ਦਿਨ, ਮਹੀਨਾ ਜਾਂ 2 ਮਹੀਨੇ ਵਾਸਤੇ ਤਾਂ ਨਹੀਂ ਹੈ, ਕਿਉਂਕਿ ਇਹ ਤਾਂ ਲਗਾਤਾਰ ਐਕਸ਼ਨ ਤਾਂ ਕਰਨਾ ਹੋਏਗਾ। ਜਿਸ ਦਿਨ ਢਿੱਲ ਹੋਈ ਉਸ ਦਿਨ ਤਸਕਰ ਮੁੜ ਤੋਂ ਖੜੇ ਹੋ ਜਾਂਦੇ ਨੇ। ਇਹ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੈ। ਪਰ ਇਸ ਦੇ ਨਾਲ ਨਾਲ ਮੁੱਖ ਮੰਤਰੀ ਨੇ ਆਪਣੇ ਬਿਆਨ ਦੇ ਵਿੱਚ ਹੋਰ ਕੀ ਕਿਹਾ ਤੁਹਾਨੂੰ ਉਹ ਵੀ ਦੱਸ ਦਿਆਂ। ਇਸ ਵੱਡੀ ਖਬਰ ਤੋਂ ਬਾਅਦ ਅਸੀਂ ਚਰਚਾ ਦੀ ਸ਼ੁਰੂਆਤ ਕਰਾਂਗੇ। ਸ਼ਰਾਬ ਮਾਫੀਆ ਦੇ ਖਿਲਾਫ ਸਖਤ ਕਾਨੂੰਨ ਦੀ ਤਿਆਰੀ ਵੀ ਕੈਪਟਨ ਸਰਕਾਰ ਕਰ ਰਹੀ ਹੈ। ਪਕੋਕਾ ਦੀ ਤਰਜ਼ ਦੇ ਉੱਤੇ ਕਾਨੂੰਨ ਸਰਕਾਰ ਲਿਆ ਸਕਦੀ ਹੈ। ਕੈਬਨਿਟ ਦੀ ਮੀਟਿੰਗ ਦੇ ਵਿੱਚ ਏਜੀ ਅਤੁਲ ਨੰਦਾ ਨੇ ਇਹ ਸੁਝਾਅ ਦਿੱਤਾ। ਐਡਵੋਕੇਟ ਜਨਰਲ ਦੇ ਵੱਲੋਂ ਇਹ ਸੁਝਾਅ ਦਿੱਤਾ ਗਿਆ ਕਿ ਕੋਈ ਸਖਤ ਕਾਨੂੰਨ ਦੀ ਜ਼ਰੂਰਤ ਹੈ। सख्त कानून किहो जा होवे, पकोका वर्गा हो सकता है।
मीटिंग ਦੇ ਵਿੱਚ ਮੰਤਰੀਆਂ ਨੇ ਸਖਤ ਕਾਨੂੰਨ ਦੀ ਵਕਾਲਤ ਕੀਤੀ। सीएम ने सब कमेटी तो प्रस्तावित कानून ते रिपोर्ट मंगी है। ब्रह्म महिंद्रा की अगवाई वाली कमेटी तो जल्द रिपोर्ट देने नूं मुख्यमंत्री दे वल्लों कहा गया है। वड्डी खबर अज दे दिन दी इस दे उत्ते भी चर्चा करांगे कि वाकई ही पंजाब नूं शराब तस्करां दे खिलाफ एक्शन लैण दे लई इस समय जरूरत है किस दी पकोका वर्गे कानून दी कि मौजूदा कानून जिहड़े हैगे ने उन्हां दे विच छुट जांदे ने शराब तस्कर या ਜਿਹੜੇ ਵੀ ਨਸ਼ੇ ਦੇ ਤਸਕਰ ਹੈਗੇ ਨੇ। ਅੱਜ ਸਭ ਦੀ ਗੱਲ ਹੋਏਗੀ ਇਸ ਚਰਚਾ ਦੇ ਵਿੱਚ ਅਸੀਂ ਚਰਚਾ ਕਰਾਂਗੇ। ਪਰ ਪਕੋਕਾ ਦਾ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਜ਼ਿਕਰ ਹੋ ਰਿਹਾ ਹੈ। ਕੁਝ ਸਵਾਲ ਜਿਹੜੇ ਨਿਊਜ਼ 18 ਚੁੱਕ ਰਿਹਾ ਉਹ ਵੀ ਇੱਕ ਵਾਰ ਤੁਹਾਨੂੰ ਦਿਖਾਣੇ ਇਹਨਾਂ ਸਵਾਲਾਂ ਦੇ ਉੱਤੇ ਹੀ ਅਸੀਂ ਅੱਜ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸਿਆਸਤਦਾਨ ਸਾਡੇ ਨਾਲ ਜੁੜਨਗੇ। ਸਵਾਲ ਨੰਬਰ 1 ਸ਼ਰਾਬ ਕਾਂਡ ਦਾ ਅਸਲ ਜ਼ਿੰਮੇਵਾਰ ਕੌਣ ਹੈ? ਇਹ ਵੱਡਾ ਸਵਾਲ ਹੈ। ਸਵਾਲ ਨੰਬਰ 2 100 ਤੋਂ ਜ਼ਿਆਦਾ ਮੌਤਾਂ ਦੇ ਕਿੰਨੇ ਮੁਜਰਮ ਨੇ? सवाल यह भी है कि 302 धारा जोड़न दे नाल कि पीड़ितां नूं इंसाफ मिलेगा। सवाल यह भी कि शराब कांड तो बाद कि सूबे च पकोका कानून की जरूरत नजर आ रही है। 100 तो ज्यादा मौतां दे किन्ने मुजरिम ने यह भी अज असीं चर्चा करांगे कि शराब तस्करी पिछे सियासी कनैक्शन है। फोटोआं जिहड़ियां आ रहीआं ने जहरीले जाम दे विच किस किस दा हथ है कि असल मुजरिम तक पहुंच सकेगी पुलिस? शराब कांड ते क्यों हावी हो रही है सियासत? इन्हां सारे सवालों के जवाब लैण की कोशिश होएगी। चर्चा की शुरुआत करते हैं। मेहमान साडे नाल जुड़े हुए हैं। सब तो पहला तुहाडा तारुफ करवाइए जिहड़े मेहमान साडे नाल अज इस चर्चा दे विच शामिल हो रहे हैं। साडे नाल ने आम आदमी पार्टी के विधायक सीनियर लीडर कुलतार सिंह संधवा जी। कुलतार जी बहुत बहुत स्वागत है। इस दे नाल ही साडे नाल कांग्रेस नूं रिप्रजेंट करनगे सुरजीत सिंह स्वैच जी जुड़ रहे हैं ते अकाली दल नूं रिप्रजेंट करन दे लई विरसत सिंह बलटोहा जी साडे नाल जुड़ रहे हैं। बलटोहा साहब तुहाडा भी स्वागत है, स्वैच साहब तुहाडा भी स्वागत है। शुरुआत संधवा साहब तुहाडे तो आम आदमी पार्टी तो सरकार हुण कह रही है जो ताज़ा खबर इस समय कुलतार जी हैगी है उस दे विच मुख्यमंत्री ने जिक्र किया है कि जिहड़े डायरैक्टली इनवॉल्वड ने उन्हां दे खिलाफ 302 का परचा दर्ज कर दो, यानी कतल का केस उन्हां दे खिलाफ होना चाहिए। मैं तुहाडा फर्स्ट रिएक्शन चाहांगा कि उम्मीद करिए तुहानूं उम्मीद है कि इन्नी सख्ती करन दे नाल 302 का परचा दर्ज करन दे नाल इंसाफ पीड़ितां नूं जल्द मिलेगा ते इंसाफ की उम्मीद असीं कर सकदे हां? देखो जी 302 का परचा दर्ज करने की मंग लीडर ऑफ ऑपोजिशन सरदार सिंह चीमा वालों उठाई गई सी। ठीक है, बिल्कुल ये होना चाहिए, परचा दर्ज होना चाहिए। लेकिन कि सानू 100 बंदे मरन तो बाद ही साडे जाग खुलनी है? ਅਸੀਂ 3 ਸਾਲ ਹੋ ਗਏ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਮਾਫੀਆ ਸ਼ਰਾਬ ਮਾਫੀਆ ਪਿਛਲੇ 10 ਸਾਲ ਅਕਾਲੀ ਦਲ ਸਰਕਾਰ ਵੇਲੇ ਰਿਹਾ ਉਹੋ ਹੀ ਮਾਫੀਆ ਫੇਰ ਚੱਲ ਰਿਹਾ। ਬਾਰਡਰ ਜ਼ਿਲ੍ਹਿਆਂ ਦੀ ਸ਼ਰਾਬ ਜਿਹੜੇ ਉਹ ਹਰੇਕ ਪਿੰਡ ਦੇ ਵਿੱਚ ਵਿਕ ਰਹੀ ਹੈ, ਘਰ ਘਰ ਵਿਕ ਰਹੀ ਹੈ, ਹੋਮ ਡਿਲੀਵਰੀ ਹੋ ਰਹੀ ਹੈ। ਹੁਣ ਤਾਂ ਇਹਨਾਂ ਨੇ ਕਾਨੂੰਨ ਵੀ ਬਣਾਤਾ ਹੋਮ ਡਿਲੀਵਰੀ ਦਾ ਜੀ। ਇਹਨਾਂ ਦੇ ਐਮਐਲਏ ਦੀ ਸ਼ਮੂਲੀਅਤ ਹੈ, ਇਨਵੈਸਟ ਦੀ ਨਹੀਂ ਆ ਰਹੀ ਤੇ ਕਾਨੂੰਨ ਤਾਂ ਪਹਿਲਾਂ ਹੀ ਬੜੇ ਸਖਤ ਨੇ। मतलब कैप्टन अमरिंदर सिंह ने पहला किन्नियां गल्लां कहीआं ते आप जी खरी उतरे आ। ना बेअदबी का इंसाफ होया, ना रेत माफिया के खिलाफ तुसीं कह रहे हो वेलकम होना चाहिए, पर जो मौजूदा कानून है उसके मुताबिक कार्रवाई क्यों नहीं? मौत तो बाद याद क्यों आंदा है? जी जी ठीक है, मैं तुहाडे कोल वापस आऊंगा। छोटे छोटे रिएक्शन रखिए ताकि सबनों हर एक पॉइंट ते बोलण दा मौका जरूर मिले। साडे नाल मैं कांग्रेस का रिएक्शन लवां उस तो पहला क्योंकि विरोधी पार्टियां की कुछ कह रही ने इस समय वो भी जानना समझना जरूरी है। वलटोहा साहब साडे नाल ने अकाली दल तो। वलटोहा साहब देखो 2-3 पॉइंट ने। पहला 302 का परचा, दूजा पकोका का जिक्र एक बार फिर तो पंजाब छोड़िया 100 लोगों की मौत तो बाद 113 तक यह अंकड़ा पहुंच चुके हैं ते इस विचाले सियासी कनैक्शन का भी जिक्र हो रहा है। अकाली दल भी प्रदर्शन करता है पर इल्जाम तो अकाली दल ते भी लगते हैं। संधवा साहब बैठे ने आम आदमी पार्टी के, वो कह रहे हैं कि नैक्सस 10 साल पहला भी सी उही कंटिन्यू होया, मतलब कि ये कोई 2-3 साल की गल नहीं है, तो पुराना मामला है। देखो मैं भी सब तो पहले तो ਜਿਹੜਾ भी होता है वो पिछले 10 सालों में चल जाता है और 10 साल में आवाज आ रही है बिना किसी कारण तो बिना किसी सबूत तो इल्जामबाजी केवल सियासत की जा रही है। और जिथों तक साडी सरकार का संबंध है असं 1300 करोड़ के 2007 एक्साइज महकमे का रेवन्यू लिया, असं 5000 करोड़ से छड्या, असं 3700 करोड़ का 10 सालों में वाधा किया। कैप्टन
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਿਛਲੇ 3 ਸਾਲਾਂ ਤੋਂ 3.5 ਸਾਲਾਂ ਤੋਂ 5000 ਕਰੋੜ ਤੇ ਖਲੋਤੀ ਹੈ, ਤਾਂ ਢੇਰੀ ਦਾ ਵਾਧਾ ਨਹੀਂ ਹੋਇਆ। ਤੇ 5500 ਕਰੋੜ ਦਾ ਜਿਹੜਾ ਆ ਸਗੋਂ ਉਲਟਾ ਜਿਹੜਾ 3.5 ਸਾਲਾਂ ਚ ਘਾਟਾ ਪਾਤਾ ਹੈ। ਜ਼ਬਾਨ ਤੇ ਚਰਚਾ ਆ, ਇਸ ਗੱਲ ਦੀ ਚਰਚਾ ਅਸੀਂ ਨਹੀਂ ਕਰਦੇ। ਕਾਂਗਰਸੀ ਇੱਕ ਦੂਜੇ ਤੇ ਦੋਸ਼ ਲਾਉਂਦੇ ਨੇ। ਹੁਣ ਰਹਿ ਕੇ ਗੱਲ ਜਿਹੜੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ, ਤੇ ਕੈਪਟਨ ਅਮਰਿੰਦਰ ਸਿੰਘ ਤੁਹਾਡੇ MLA ਰਮਨਜੀਤ ਸਿੰਘ ਸਿੱਕੀ ਜੀ ਤੇ ਉਹਦੇ ਪੀਏ ਦੇ ਵਿਰੁੱਧ ਪੀੜਤ ਪਰਿਵਾਰ ਥਾਣੇ 'ਚ ਆ ਕੇ ਬਿਆਨ ਦਰਜ ਕਰਵਾ ਕੇ ਗਏ ਆ ਕਿ ਸਾਡੇ ਪਰਿਵਾਰਕ ਮੈਂਬਰਾਂ ਦੇ ਕਾਤਲ ਜਿਹੜੇ ਨੇ ਰਮਨਜੀਤ ਸਿੱਕੀ ਤੇ ਉਹਦਾ ਪੀਏ ਆ ਜਿਹੜਾ ਸ਼ਰਾਬ ਦਾ ਵੱਡੇ ਪੱਧਰ ਤੇ ਧੰਦਾ ਕਰਦੇ, ਤੇ ਜਿਹੜੀਆਂ ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਜੀ ਇਹ ਉਹਨਾਂ ਵੱਲੋਂ ਵਰਤਾਈ ਹੋਈ, ਪੀਸੀ ਹੋਈ, ਭੇਜੀ ਹੋਈ ਸ਼ਰਾਬ ਦੇ ਨਾਲ ਹੋਈਆਂ ਨੇ। ਕੀ ਤੁਸੀਂ ਰਮਨਜੀਤ ਸਿੰਘ ਸਿੱਕੀ ਨੂੰ ਗ੍ਰਿਫਤਾਰ ਕਰੋਗੇ? ਔਰ ਡੈਨੀ ਸੁਖਵਿੰਦਰ ਸਿੰਘ ਜੰਡਿਆਲਾ ਗੁਰੂ ਤੋਂ MLA ਨੇ ਜਿਨ੍ਹਾਂ ਦੇ ਇਲਾਕੇ 'ਚ ਐਕਸਾਈਜ਼ ਰੇਡ ਵੀ ਨਹੀਂ ਕਰ ਸਕਦੀ, ਜਿਹੜੇ ਕੋਈ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲੇ ਹੈ। ਔਰ ਉਹਨਾਂ ਦੇ ਇਲਾਕੇ 'ਚ 24 ਤਰੀਕ ਨੂੰ 24 ਜੁਲਾਈ ਨੂੰ 10 ਦਿਨ ਪਹਿਲਾਂ ਇਹ ਕਾਂਡ ਵਾਪਰਨ ਤੋਂ 6 ਦਿਨ ਪਹਿਲਾਂ ਇੱਕ ਐਕਸਾਈਜ਼ ਪਾਰਟੀ ਜਲਾਲ ਉਸਮਾ ਪਿੰਡ 'ਚ ਨਜਾਇਜ਼ ਸ਼ਰਾਬ ਦਾ ਧੰਦਾ ਫੜਨ ਵਾਸਤੇ ਰੇਡ ਕਰਦੀ ਹੈ। ਤੇ ਕਾਰਵਾਈ ਤੇ ਹੋਣੀ ਚਾਹੀਦੀ ਸੀ। ਜਿਹੜੇ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹੈ, MLA ਸਾਹਿਬ ਨੇ ਕੀ ਕੀਤਾ, ਐਕਸਾਈਜ਼ ਪਾਰਟੀ ਤੇ ਮੁਕੱਦਮਾ ਦਰਜ ਕਰਵਾਤਾ, 452 ਲਾਤੀ। ਦਹਿਸ਼ਤ ਪੈਦਾ ਹੋਣੀ ਚਾਹੀਦੀ ਹੈ ਕਿ ਜਿਹੜੇ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹੈ ਜੀ ਤੇ MLA ਸਾਹਿਬਾਨ ਵੱਲੋਂ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ। ਐਕਸਾਈਜ਼ ਮਹਿਕਮੇ 'ਚ ਐਕਸਾਈਜ਼ ਦਾ ਜਿਹੜੇ ਕਾਰੋਬਾਰ ਜਿਨ੍ਹਾਂ ਨੇ ਪ੍ਰਫੁੱਲਤ ਕਰਨਾ ਹੈ, ਜਿਨ੍ਹਾਂ ਨੇ ਸਰਕਾਰ ਨੂੰ ਰੈਵਨਿਊ ਦੇਣਾ ਹੈ, ਉਹਨਾਂ 'ਚ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ। ਠੀਕ ਹੈ। ਔਰ ਦੂਸਰੀ ਗੱਲ ਗੌਰਵ ਜੀ ਇੱਕ ਮਿੰਟ ਦੇ ਦਿਆ ਜੀ ਹੁਣ। ਜੀ 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 SSP ਧਰੋਦਈਆ ਰਹੇ ਨੇ ਤਰਨਤਾਰਨ, ਲੰਬਾ ਸਮਾਂ ਰਹੇ ਨੇ, ਔਰ ਉਹਨਾਂ ਨੂੰ ਰਿਵਾਰਡ ਕੀਤਾ ਗਿਆ, ਉਹਨਾਂ ਨੂੰ ਵੱਡਾ ਜ਼ਿਲ੍ਹਾ ਦਿੱਤਾ ਗਿਆ ਅੰਮ੍ਰਿਤਸਰ ਰੂਰਲ। ਉਹਨਾਂ ਦੀ ਕਰਤੂਤ ਸੁਣ ਲਓ। ਉਹਨਾਂ ਕੋਲੇ ਲੋਕੀ ਜਾ ਕੇ ਕਹਿੰਦੇ ਰਹੇ ਕਿ ਫਲਾਣੇ ਬੰਦੇ ਜਿਹੜੇ ਨੇ ਸ਼ਰਾਬ ਦਾ ਵੱਡੇ ਪੱਧਰ ਤੇ ਨਜਾਇਜ਼ ਧੰਦਾ ਕਰਦੇ ਨੇ। ਤੇ ਧੰਦਾ ਕੌਣ ਕਰਦੇ ਨੇ? ਜਿਹੜੇ MLA ਨੇ ਖੇਮਕਰਨ ਤੋਂ ਸੁਪਾਲ ਸਿੰਘ ਭੁੱਲਰ, ਉਹਨਾਂ ਦੇ ਪਿੰਡ ਜਿਹੜੀ ਮਿੰਨੀ ਫੈਕਟਰੀ ਹੁਣ ਫੜੀ ਹੈ, ਕਾਂਡ ਹੋਣ ਤੋਂ ਬਾਅਦ ਚ ਫੜੀ ਹੈ। ਉਹ ਬਾਤ ਕਿ ਵਾਰ-ਵਾਰ ਜਾ ਕੇ SSP ਨੂੰ ਫਰਿਆਦਾਂ ਕਰਦੇ ਰਹੇ, ਫੋਨ ਕਰਦੇ ਰਹੇ, ਉਹਦੇ WhatsApp ਦੇ ਨੰਬਰ ਦੇ ਉੱਤੇ ਐਪਲੀਕੇਸ਼ਨਾਂ ਪਾਉਂਦੇ ਰਹੇ ਤਾਂ ਕਿ ਕੱਲ੍ਹ ਨੂੰ ਸਬੂਤ ਰਹਿ ਜਾਵੇ। SSP ਟਸ ਤੋਂ ਮਾਸਰੀ ਹੋਇਆ। ਆਖਰੀ ਉਹਨੂੰ WhatsApp 16 ਜੂਨ ਕੀਤਾ ਗਿਆ, ਔਰ ਹੁਣ ਜਦੋਂ ਕਾਂਡ ਵਾਪਰਿਆ ਹੈ ਉਸ ਤੋਂ ਬਾਅਦ ਉੱਥੇ ਰੇਡ ਕੀਤਾ ਗਿਆ। 31,500 ਲੀਟਰ ਲਾਣ ਤੇ 350 ਬੋਤਲ ਜਿਹੜੀ ਜ਼ਹਿਰ ਹੈ, ਜਿਹੜਾ ਨਜਾਇਜ਼ ਦੇਸੀ ਸ਼ਰਾਬ ਤੋਂ ਬਰਾਮਦ ਕੀਤੀ। ਇਹਦਾ ਮਤਲਬ ਜੇ SSP ਦੇ ਨੋਟਿਸ ਹੈ ਤੇ SSP ਵੀ ਕਾਰਵਾਈ ਨਹੀਂ ਕਰਦਾ, ਇਹਦਾ ਮਤਲਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਦਾਇਤਾਂ ਆ ਕਿ ਤੁਸੀਂ ਕਾਂਗਰਸੀਆਂ ਦੇ ਇਸ ਨਜਾਇਜ਼ ਧੰਦੇ 'ਚ ਦਖਲਅੰਦਾਜ਼ੀ ਨਹੀਂ ਕਰਨੀ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀਆਂ ਉਹ ਹਦਾਇਤਾਂ ਆ, ਮਤਲਬ ਬਲਟੋਆ ਪੂਰਾ ਉੱਪਰ ਤੱਕ ਪਹੁੰਚਾਤਾ। ਨਹੀਂ, ਤੁਸੀਂ ਪੂਰਾ ਲਿੰਕ ਉੱਪਰ ਤੱਕ ਪਹੁੰਚਾਤਾ। ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਜਿਹੜਾ ਤੁਸੀਂ ਪੁਆਇੰਟ ਕਹਿ ਰਹੇ ਹੋ ਉਸ ਦੇ ਉੱਤੇ ਵੀ ਰਿਐਕਸ਼ਨ ਲੈਣ ਦੀ ਕੋਸ਼ਿਸ਼ ਹੋਏਗੀ। ਸਾਡੇ ਨਾਲ ਕਾਂਗਰਸ ਨੂੰ ਰਿਪਰੈਜ਼ੈਂਟ ਜੋ ਕਰ ਰਹੇ ਨੇ ਸਵੈਚ ਸਾਹਿਬ ਜੁੜੇ ਹੋਏ ਨੇ। ਸਵੈਚ ਸਾਹਿਬ, ਗੱਲਾਂ ਹੀ ਹੋ ਰਹੀਆਂ ਨੇ ਤੇ ਗੱਲਾਂ ਨਾਲ ਗੱਲ ਤਾਂ ਬਣਨੀ ਨਹੀਂ, ਸਖਤੀ ਤਾਂ ਕਰਨੀ ਹੋਏਗੀ। ਤੇ ਸਵਾਲ ਇਹ ਵੀ ਉੱਠਦਾ ਹੈ ਕਿ ਜਦੋਂ 100 ਲੋਕਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਸਾਨੂੰ ਯਾਦ ਆਉਂਦਾ ਕਿ ਸਖਤ ਕਾਨੂੰਨ ਚਾਹੀਦਾ ਹੈ, ਕਿ ਨਹੀਂ ਪਤਾ ਸੀ ਆ ਹੋ ਰਿਹਾ ਹੈ ਸੂਬੇ 'ਚ, ਨਹੀਂ ਪਤਾ ਸੀ ਮਾਝੇ 'ਚ ਕੀ ਹੋ ਰਿਹਾ ਹੈ, ਨਹੀਂ ਪਤਾ ਸੀ ਮਾਲਵੇ 'ਚ ਕੀ ਹੋ ਰਿਹਾ ਹੈ। ਹੁਣ ਤਾਂ ਇੱਕ ਤੋਂ ਬਾਅਦ ਇੱਕ ਰੇਡਸ ਕੀਤੀਆਂ ਜਾ ਰਹੀਆਂ ਨੇ, ਪਰ ਲੋਕ ਤਾਂ ਸਵਾਲ ਪੁੱਛ ਰਹੇ ਨੇ ਕਾਂਗਰਸ ਨੂੰ ਕਿ ਤੁਸੀਂ ਪਹਿਲਾਂ ਇਸ ਬਾਰੇ ਕਿਉਂ ਨਹੀਂ ਸੋਚਿਆ। ਪੁਲਿਸ ਦੇ ਉੱਤੇ ਸਿੱਧੇ ਇਲਜ਼ਾਮ ਲੱਗਦੇ ਨੇ, ਅਕਾਲੀ ਦਲ ਇਲਜ਼ਾਮ ਲਗਾ ਰਿਹਾ ਹੈ ਤੁਹਾਡੇ ਉੱਤੇ, ਤੁਹਾਡੇ ਵਿਧਾਇਕਾਂ ਦੇ ਉੱਤੇ। ਜਦੋਂ ਸਖਤੀ ਦੀ ਗੱਲ ਆਈ ਕਿ ਤਾਂ ਸਭ ਦੇ ਉੱਤੇ ਸਖਤੀ ਹੋਣੀ ਚਾਹੀਦੀ ਹੈ। ਗੌਰਵ ਜੀ ਸੌਰੀ, ਮੈਂ ਪਹਿਲਾਂ ਸੰਧਵਾ ਸਾਹਿਬ ਦੀ ਜਿਹੜੀ ਗੱਲ ਉਹ ਨਹੀਂ ਸੁਣ ਸਕਿਆ ਤੇ ਆਪਣੇ ਬਲਟੋਆ ਸਾਹਿਬ ਦੀ ਗੱਲ ਵੀ ਮੈਂ ਪੂਰੀ ਨਹੀਂ ਸੁਣ ਸਕਿਆ। ਜੋ ਤੁਸੀਂ ਸਵਾਲ ਮੈਨੂੰ ਪੁੱਛ ਰਹੇ ਹੋ ਕਿ ਸਖਤੀ ਪਹਿਲਾਂ ਕਿਉਂ ਨਹੀਂ ਹੋਈ ਤੇ ਹੁਣ ਜਿਹੜੀ ਸਖਤੀ ਕੀਤੀ ਗਈ ਹੈ ਇਹਦਾ ਨਤੀਜਾ ਕੀ ਨਿਕਲੇਗਾ। ਦੇਖੋ, ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ। ਮਸਲਾ ਬਹੁਤ ਵੱਡਾ ਆ, ਇਹ ਜਾਨਾਂ ਬਹੁਤ ਗਈਆਂ ਨੇ ਤੇ ਜਿਹੜਾ ਸ਼ਰਾਬ ਦਾ ਧੰਦਾ ਜਿਹੜਾ ਹੋ ਰਿਹਾ ਹੈ, ਜ਼ਹਿਰੀਲੀ ਸ਼ਰਾਬ ਲੋਕਾਂ ਨੂੰ ਪਿਲਾਈ ਗਈ ਹੈਗੀ ਹੈ, ਇਹਦੇ ਪਿੱਛੇ ਜਿਹੜੇ ਹੈਗੇ ਆ ਬਹੁਤ ਜਿਹੜੇ ਬੰਦੇ ਨੇ ਤੇ ਉਹ ਕਈ ਜਿਹੜੇ ਬੰਦੇ ਨੇ ਉਹ ਜਿਨ੍ਹਾਂ ਅਪਰੋਚ ਵਾਲੇ ਵੀ ਹੈਗੇ ਨੇ, ਕਾਫੀ ਕੁਛ ਇਹਦੇ ਵਿੱਚ ਇਨਵੋਲਵ ਹੈ। ਇਸੇ ਕਰਕੇ ਅੱਜ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਜਿਹੜੇ ਪੁਲਿਸ ਦੇ ਤੇ ਹੋਰ ਆਫੀਸਰਸ ਨੇ ਉਹਨਾਂ ਨੂੰ ਇਹੋ ਹਦਾਇਤ ਕੀਤੀ ਹੈ ਕਿ ਮੈਨੂੰ ਇਹ ਜ਼ਿਲ੍ਹੇ ਬਿਲਕੁਲ ਸਾਫ਼ ਚਾਹੀਦੇ ਨੇ। ਕੀ ਕਰਨਾ ਹੈ, ਮੁਲਜ਼ਮਾਂ ਨੂੰ ਕਿਹਨੂੰ ਫੜਨਾ ਹੈ, ਜਿਹੜਾ ਜ਼ਿੰਮੇਵਾਰ ਹੈ ਉਹਨੂੰ ਫੜਨਾ ਹੈ, ਇਹ ਸਾਰੀ ਤੁਹਾਡੀ ਜ਼ਿੰਮੇਵਾਰੀ ਹੈਗੀ ਹੈ। ਤੇ ਆਪਾਂ ਨੂੰ ਦੇਖੋ ਗੱਲਾਂ ਬਾਤਾਂ ਕਰਨ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਆਪਾਂ ਨੂੰ ਨਤੀਜਾ ਜਿਹੜਾ ਹੈਗਾ ਉਹ ਥੋੜੇ ਦਿਨ ਬਾਅਦ ਪਤਾ ਲੱਗੇਗਾ। ਕਾਫੀ ਲੋਕ ਫੜੇ ਗਏ ਨੇ ਤੇ ਕਾਫੀ ਹੋਰ ਵੀ ਫੜੇ ਜਾਣਗੇ।
ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਜੋ ਪਹਿਲੀ ਵਾਰ ਹੋਈ ਹੈ। ਨਹੀਂ, ਸਵਾਲ ਕਿ ਸਹਿਜ ਸਾਹਿਬ ਅੱਜ ਉਹੀ ਹੈ ਤੀਕਰ ਕਿ ਛੋਟੇ ਅੱਜ- ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਉੱਤੇ ਇਸ਼ਕੱਜਾ ਹੈ ਜਾਂ ਕੋਈ ਵੱਡਾ ਮਗਰਮੱਛ ਵੀ ਨਿਕਲ ਕੇ ਸਾਹਮਣੇ ਆਏਗਾ ਕਿ ਹਾਂ ਇਹ ਸੀ ਇਸ ਦਾ ਮੈਂ ਕਰਤਾ ਇਹੋ- ਧਰਤਾ, ਇਸ ਕਰਕੇ ਲੋਕਾਂ ਦੀ ਮੌਤਾਂ ਹੋ ਮੈਂ- ਗਈਆਂ, ਇਸ ਕਰਕੇ ਲੋਕਾਂ ਦੇ ਘਰ 70 ਵਿੱਚ ਗਏ। ਗੱਲ ਤਾਂ ਉਹੀ ਰਹਿ ਜਾਂਦੀ ਹੈ ਨਾ ਮੈਂ ਇਸੇ ਵਾਪਸ, ਗੱਲ ਦਾ- ਜਦੋਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਐਸਆਈਟੀ ਬੈਠਦੀਆਂ ਨੇ, ਗੌਰਵ ਜੀ, ਜਾਂਚ ਮੈਂ ਦਾ ਇਸੇ- ਜ਼ਿਕਰ ਹੁੰਦਾ ਮੈਂ ਹੈ, ਇਸੇ ਸਖਤੀ ਗੱਲ ਦਾ ਦਾ ਜ਼ਿਕਰ ਜਵਾਬ ਹੁੰਦਾ ਦੇ ਹੈ, ਰਿਹਾ ਪਰ ਤੁਹਾਡੀ ਬਰਨਾਲਾ ਉੱਥੇ ਦਾ ਉੱਥੇ। ਜਦੋਂ ਇਹਨਾਂ ਗੌਰਵ ਜੀ, ਮੈਂ ਤੁਹਾਡੀ ਇਸੇ ਗੱਲ ਦਾ ਜਵਾਬ ਦੇਣ ਜਾ ਰਿਹਾ ਹਾਂ ਕਿ ਉਦੋਂ ਇਹ ਕਿਹਾ ਸੀ ਵੀ ਪਹਿਲੀ ਵਾਰ 350 ਸਾਲ ਜਦੋਂ ਜ਼ਹਿਰੀਲੀ ਸ਼ਰਾਬ ਦੇ ਵਿੱਚ ਜਿਹੜੇ ਲੋਕ ਸਾਢੇ ਤਿੰਨ ਸਾਲ ਬਾਅਦ 100 ਬੰਦਾ ਮਰੂਗਾ ਤੇ ਉਸ ਤੋਂ ਬਾਅਦ ਐਕਸ਼ਨ ਲਵਾਂਗੇ। ਠੀਕ ਹੈ ਸਵੈਚ ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆਊਂਗਾ। ਸਾਡੇ ਨਾਲ ਮਨਜਨ ਕਾਲੀਆ ਜੀ ਵੀ ਜੁੜ ਚੁੱਕੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ, ਸਾਬਕਾ ਕੈਬਨਿਟ ਮੰਤਰੀ ਨੇ। ਜਿਹੜੀਆਂ ਅੱਗੇ ਵੀ ਸਾਡੇ ਨਾਲ ਰੋਹਿਤ ਕੁਮਾਰ ਸ਼ਰਮਾ ਜੀ ਵੀ ਜੁੜੇ ਨੇ ਜੋ ਕਿ ਅਸਿਸਟੈਂਟ ਪ੍ਰੋਫੈਸਰ ਨੇ ਕੈਮਿਸਟਰੀ ਡਿਪਾਰਟਮੈਂਟ ਦੇ। ਰੋਹਿਤ ਜੀ ਤੁਹਾਡਾ ਵੀ ਸਵਾਗਤ ਹੈ, ਕਾਲੀਆ ਸਾਹਿਬ ਤੁਹਾਡਾ ਵੀ ਸਵਾਗਤ ਹੈ। ਮੈਂ ਤੁਹਾਡੇ ਕੋਲ ਆਵਾਂ ਉਸ ਤੋਂ ਪਹਿਲਾਂ ਸੰਧਵਾ ਸਾਹਿਬ ਕੁਝ ਕਹਿ ਰਹੇ ਨੇ। ਸੰਧਵਾ ਸਾਹਿਬ, ਸਰਕਾਰ ਕਹਿ ਰਹੀ ਹੈ ਸਖਤੀ ਕਰਾਂਗੇ, ਅਸੀਂ ਸਖਤੀ ਕਰ ਰਹੇ ਹਾਂ, ਅਸੀਂ ਮੁਲਜ਼ਮਾਂ ਨੂੰ ਨਹੀਂ ਛੱਡਾਂਗੇ, ਉਹ ਕੋਈ ਵੀ ਹੋਵੇ, ਕੋਈ ਵੱਡਾ ਅਫਸਰ ਹੋਵੇ, ਕੋਈ ਵੱਡਾ ਸਿਆਸਤਦਾਨ ਹੋਵੇ। ਵਿਰੋਧੀ ਧਿਰਾਂ ਨੂੰ ਮੁੱਖ ਮੰਤਰੀ ਦੇ ਬਿਆਨਾਂ ਦੇ ਉੱਤੇ ਭਰੋਸਾ ਨਹੀਂ ਕਿ ਵਾਕਈ ਤੁਹਾਨੂੰ ਲੱਗਦਾ ਹੈ ਕਿ ਮੁਲਜ਼ਮ ਬਚ ਜਾਣਗੇ? ਤੁਹਾਨੂੰ ਲੱਗਦਾ ਨਹੀਂ ਕਿ ਜੋ ਸਟੈਪ ਲਈ ਜਾ ਰਹੇ ਨੇ ਉਹ ਦਮਦਾਰ ਨੇ? ਸਰਕਾਰ ਜੋ ਕਹਿ ਰਹੀ ਹੈ ਉਸ ਦੇ ਉੱਤੇ ਭਰੋਸਾ ਕਰੀਏ। ਦੇਖੋ ਜੀ, ਇਹਨਾਂ ਨੇ ਤਲਵੰਡੀ ਸਾਬੋ ਦੇ ਕੋਲੇ ਖੜ ਕੇ ਉੱਥੇ ਗੁਟਕਾ ਸਾਹਿਬ ਨੂੰ ਮੱਥੇ ਤੇ ਲਾ ਕੇ ਸਹੁੰ ਖਾਦੀ ਸੀ। ਉਦੋਂ ਸਹੁੰ ਖਾਣ ਲੱਗਿਆ ਇਹਨਾਂ ਨੇ ਇਹ ਨਹੀਂ ਕਿਹਾ ਸੀ ਵੀ ਜਦੋਂ 100 ਬੰਦਾ ਮਰ ਜੂਗਾ ਸ਼ਰਾਬ ਪੀ ਕੇ, ਜ਼ਹਿਰੀਲੀ ਸ਼ਰਾਬ ਪੀ ਕੇ, ਉਸ ਤੋਂ ਬਾਅਦ ਐਕਸ਼ਨ ਲਵਾਂਗੇ ਅਸੀਂ। ਉਦੋਂ ਇਹਨਾਂ ਨੇ ਇਹ ਨਹੀਂ ਕਿਹਾ ਸੀ, ਉਦੋਂ ਕਹਿੰਦੇ ਸੀ ਅਸੀਂ 40 ਦਿਨਾਂ ਦੇ ਵਿੱਚ ਲੱਕ ਤੋੜ ਦਿਆਂਗੇ, ਖਤਮ ਕਰ ਦਿਆਂਗੇ ਨਸ਼ੇ। ਇਹਨਾਂ ਨੇ ਤਾਂ ਸਾਰੇ ਐਮਐਲਏ ਨੂੰ ਆਪਦੇ ਖੁੱਲ੍ਹ ਦੇ ਛੱਡੀ ਆ। ਗੱਲਾਂ ਕਰ, ਸਿਰਫ ਤੇ ਸਿਰਫ ਗੱਲਾਂ ਕਰਨ ਵਾਲੇ ਸੀਐਮ ਰਹਿ ਗਏ, ਕੰਮ ਬਿਲਕੁਲ ਨਹੀਂ ਕਰਦੇ, ਔਰ ਉਹ ਵੀ ਫੇਸਬੁੱਕ ਤੇ ਦਿਖਾਈ ਦਿੰਦੇ ਆ। ਸੀਐਮ ਦਾ ਕੰਮ ਤਾਂ ਲੋਕਾਂ ਦੇ ਵਿੱਚ ਰਹਿਣਾ। 100 ਬੰਦਾ ਮਰ ਗਿਆ, ਇੱਕ ਬੰਦੇ ਨੂੰ ਮਿਲਣ ਗਏ ਸੀਐਮ ਸਾਹਿਬ? ਕਮਾਲ ਦੀ ਗੱਲ ਆ। ਮੰਤਰੀ ਭੇਜਤੇ, ਮੰਤਰੀ ਤਾਂ ਉੱਥੇ ਪਹਿਲਾਂ ਹੀ ਵਕਵਾਈ ਜਾਂਦੇ ਆ। ਆ ਜਿਹੜੇ ਐਸਐਚਓ ਲਵਾਏ ਸੀ, ਕੌਣ ਲਵਾਉਂਦਾ? ਸਾਰਾ ਪੰਜਾਬ ਜਾਣਦਾ ਵੀ ਪਹਿਲਾਂ ਕੌਣ ਲਵਾਉਂਦਾ ਸੀਗਾ ਤੇ ਹੁਣ ਕੌਣ ਲਵਾਉਂਦਾ। ਮੰਤਰੀਆਂ ਤੋਂ ਬਿਨਾਂ ਕੋਈ ਸਿਪਾਹੀ ਮੁਨਸ਼ੀ ਨਹੀਂ ਲੱਗਦਾ ਥਾਣੇ ਦਾ, ਇਹ ਸਾਰੇ ਇਹਨਾਂ ਦੇ ਲਵਾਏ ਹੋਏ ਸੀ। ਹੁਣ ਤਾਂ ਐਕਸ਼ਨ ਕਰਕੇ ਦੱਸੋ। ਇਹ ਕਾਨੂੰਨ ਪਹਿਲਾਂ ਹੀ ਦੇਸ਼ ਦੇ ਵਿੱਚ ਬਹੁਤ ਸਖਤ ਨੇ, ਇਮਾਨਦਾਰੀ ਚਾਹੀਦੀ ਹੈ, ਇਹਨਾਂ ਕੋਲ ਇਮਾਨਦਾਰੀ ਹੈ ਨਹੀਂ। ਲੈਂਦੇ ਰਹੀਏ ਨਾਲ ਦੀ ਨਾਲ। ਸਵੈਚ ਸਾਹਿਬ, ਰਿਐਕਸ਼ਨ ਤੁਹਾਡਾ ਛੋਟਾ ਜਿਹਾ ਚਾਹਾਂਗਾ। ਐਮਐਲਏ ਨੂੰ ਖੁੱਲ੍ਹ ਦੇ ਦਿੱਤੀ ਤੁਸੀਂ, ਆਪਣੇ ਐਮਐਲਏ ਨੂੰ, ਕਾਂਗਰਸੀਆਂ ਦੇ ਐਮਐਲਏ ਨੂੰ ਖੁੱਲ੍ਹ ਦਿੱਤੀ ਹੋਈ ਹੈ। ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ ਤੁਹਾਡੇ ਤੇ ਕਿ ਸਭ ਕੁਝ ਹੋ ਹੀ ਤਾਂ ਰਿਹਾ ਕਿ ਤੁਸੀਂ ਖੁੱਲੀ ਬਹੁਤ ਦੇਤੀ ਕਿ ਜੋ ਮਰਜ਼ੀ ਕਰੋ, ਜਿਹੜਾ ਐਸਐਚਓ ਲਗਾਣਾ ਲਗਾਓ, ਕੋਈ ਦਿੱਕਤ ਨਹੀਂ। ਨਹੀਂ, ਦੇਖੋ ਇਲਜ਼ਾਮ ਲਾਉਣੇ ਤਾਂ ਬੜੇ ਆਸਾਨ ਹੁੰਦੇ ਨੇ। ਵਿਰੋਧੀ ਪਾਰਟੀਆਂ ਨੂੰ ਕੋਈ ਨਾ ਕੋਈ ਦੇਖੋ ਗੱਲ ਕਰਨ ਦਾ ਜਿਹੜਾ ਹੈਗਾ ਇਹਨਾਂ ਦਾ ਹੱਕ ਬਣਦਾ ਹੈ, ਇਹ ਲਾਉਣ ਇਲਜ਼ਾਮ। ਲੇਕਿਨ ਕਿਤੇ ਨਾ ਕਿਤੇ ਦੇਖੋ, ਮੈਂ ਇਹ ਗੱਲ ਬਿਲਕੁਲ ਮੰਨ ਰਿਹਾ ਹੈ ਕਿ ਕਿਤੇ ਨਾ ਕਿਤੇ ਕਿਸੇ ਸਾਡੇ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਕੋਈ ਲੀਡਰ ਹੈ ਕਾਂਗਰਸ ਪਾਰਟੀ ਦਾ ਜਾਂ ਅਕਾਲੀ ਲੀਡਰ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸ਼ਰਾਬ ਦੇ ਧੰਦੇ ਦੇ ਵਿੱਚ ਸ਼ਮੂਲੀਅਤ ਹੈਗੀ ਹੈ। ਇਸੇ ਕਰਕੇ ਮੁੱਖ ਮੰਤਰੀ ਜੀ ਨੇ ਕਿਹਾ ਹੈ ਕਿ ਤੁਸੀਂ ਭਾਵੇਂ ਕੋਈ ਐਮਐਲਏ ਹੋਵੇ, ਕੋਈ ਮੰਤਰੀ ਹੋਵੇ, ਕੋਈ ਲੀਡਰ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ, ਜੋ ਇਸ ਧੰਦੇ ਦੇ ਵਿੱਚ ਸ਼ਾਮਲ ਹੈ ਉਹਨੂੰ ਅਸੀਂ ਬਖਸ਼ਣਾ ਨਹੀਂ ਹੈਗਾ। ਨਹੀਂ, ਸਵੈਚ ਸਾਹਿਬ ਦਾ ਇਸ਼ਾਰਿਆਂ ਜਿਹੜਾ ਹੈਗਾ ਕਿਉਂ ਇਸ਼ਾਰਿਆਂ ਜਾਊਗਾ? 100 ਤੋਂ ਜ਼ਿਆਦਾ ਲੋਕ ਮਰ ਗਏ। ਸਪਸ਼ਟ ਨਾਮ ਲਵੋ ਨਾ। ਬਿਲਕੁਲ ਜੀ, ਬਿਲਕੁਲ। ਬਹੁਤ ਵੱਡਾ ਕਿਉਂ ਕਿ ਹੋ ਸਕਦਾ ਹੈ ਕੋਈ ਹੈਗਾ ਇਹ ਸਪਸ਼ਟ ਨਾਮ ਲਵੋ ਕਿ ਹਾਂ ਵਾਕਈ ਅੱਜ ਦਾ ਸਮਾਂ ਹੀ ਹੈਗਾ ਜੀ। ਸਖਤੀ ਲੋਕ ਤਾਂ ਇਹੀ ਚਾਹੁੰਦੇ ਨੇ ਕਿ ਸਿੱਧਾ ਨਾਮ ਲਿਆਓ ਤੁਸੀਂ ਕਿਸ ਦਾ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦਾ, ਕੋਈ ਵੀ ਵੱਡਾ ਲੀਡਰ ਹੈ, ਕੋਈ ਵੀ ਵੱਡਾ ਅਫਸਰ ਹੈ। ਸਾਹਿਬ ਸਿਤਮ ਤਰੀਫ ਇਹ ਹੈਗਾ ਜਿਹੜੇ ਬੰਦੇ 10 ਸਾਲ ਪਹਿਲਾਂ ਵੇਚਦੇ ਰਹੇ ਆ, ਹੋ ਰਹੀ ਹੈ। ਵੇਚਦੇ ਐਕਸ਼ਨ ਬਹੁਤ ਫਾਸਟ ਹੋ ਰਿਹਾ ਹੈ, ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਤੇ ਥੋੜੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਮੁਲਜ਼ਮ ਨੇ ਉਹ ਸਾਰੇ ਫੜੇ ਜਾਣਗੇ ਤੇ ਸਾਰੇ ਨੰਗੇ ਵੀ ਹੋਣਗੇ, ਸਾਹਮਣੇ ਵੀ ਆਉਣਗੇ। ਕਤਲ ਦਾ ਮੁਕੱਦਮਾ ਹੋਈ ਹੈ, ਸੁਨੀਲ ਜਾਖੜ ਵੀ ਜ਼ਿਕਰ ਕਰਦੇ ਨਜ਼ਰ ਆਏ ਸੀ। ਹੋਣਗੇ ਤੇ ਮੇਰਾ ਖਿਆਲ ਹੈ ਕਿ ਠੀਕ ਹੈ। ਮਨੋਰੰਜਨ ਕਾਲੀਆ ਜੀ ਸਾਡੇ ਨਾਲ ਨੇ। ਸੰਧਵਾ ਸਾਹਿਬ, ਮੈਂ ਤੁਹਾਡੇ ਕੋਲ ਆਵਾਂਗਾ। ਕਾਲੀਆ ਜੀ, ਕਿਵੇਂ ਦੇਖਦੇ ਹੋ ਇਸ ਸਮੇਂ ਦੇ? ਸਰਕਾਰ ਕਹਿ ਰਹੀ ਹੈ ਕਿ ਅਸੀਂ ਸਖਤੀ ਕਰ ਰਹੇ ਹਾਂ। ਸੀਐਮ ਦੇ ਬਿਆਨ ਤਾਂ ਬਹੁਤ ਸਖਤ ਲਹਿਜ਼ੇ ਵਾਲੇ ਨੇ। ਉਹ ਕਹਿੰਦੇ ਨੇ 302 ਦਾ ਪਰਚਾ ਦਰਜ ਕਰ ਦਿਓ ਜਿਹੜਾ ਡਾਇਰੈਕਟਲੀ ਇਨਵੋਲਵਡ ਹੈਗਾ। ਇੱਥੋਂ ਤੱਕ ਕਹਿ ਦਿੱਤਾ ਕਿ ਇਹ ਜ਼ਿਲ੍ਹੇ ਮੈਨੂੰ ਕਲੀਅਰ ਚਾਹੀਦੇ ਨੇ। ਬਹੁਤ ਸੋਲਿਡ ਸ਼ਬਦਾਂ ਦਾ ਇਸਤੇਮਾਲ ਕੀਤਾ ਸੀਐਮ ਨੇ ਕਿ ਇਹ ਜ਼ਿਲ੍ਹੇ ਕਲੀਅਰ ਚਾਹੀਦੇ ਨੇ। ਐਸਐਸਪੀ ਤੇ ਡੀਸੀਜ਼ ਨੂੰ ਕਿਹਾ ਗਿਆ ਹੈ ਕਿ ਇਹ ਤੁਸੀਂ ਦੇਖੋ ਕਿਵੇਂ ਕਰਨਾ ਹੈ। ਤੁਹਾਡਾ ਰਿਐਕਸ਼ਨ ਚਾਹਾਂਗੇ। ਸੰਤੁਸ਼ਟੀ ਨਜ਼ਰ ਆਉਂਦੀ ਹੈ ਸਰਕਾਰ ਦੀ ਕਾਰਵਾਈ ਦੇ ਨਾਲ 100 ਮੌਤਾਂ ਤੋਂ ਬਾਅਦ? ਦੇਖੋ, ਗੱਲ ਇਹ ਹੈ ਕਿ ਇਹ ਸਿਰਫ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਿਰਫ ਲਿਪ ਸਰਵਿਸ ਹੈ, ਮੂੰਹ ਦੀ ਬੱਲੇ ਬੱਲੇ ਹੱਥਾਂ ਦੀ ਹੜਤਾਲ। ਹੁਣ ਸਵਾਲ ਇਸ ਗੱਲ ਦਾ ਹੈਗਾ ਕਿ ਜਿਹੜੀ ਡੀਨੇਚਰਡ ਸਪਿਰਿਟ ਹੈਗੀ ਹੈ ਔਰ ਜਿਹੜਾ ਦੂਸਰਾ ਐਕਸਟਰਾ ਨਿਊਟਰਲ ਅਲਕੋਹਲ ਹੈਗਾ, ਉਹ ਸਾਰੀਆਂ ਰੈਗੂਲੇਟਡ ਹੈ। ਕੋਈ ਪਾਸ ਤੋਂ ਬਿਨਾ ਤੁਸੀਂ ਜਿਹੜਾ ਹੈ ਜੀ ਬਾਹਰ ਕੱਢ ਨਹੀਂ ਸਕਦੇ। ਤੇ ਫਿਰ ਇਹ ਕਿੱਦਾਂ ਨਿਕਲੀਆਂ? ਤੇ ਇਹਦੀ ਜ਼ਿੰਮੇਵਾਰੀ ਕੌਣ? ਐਕਸਾਈਜ਼ ਡਿਪਾਰਟਮੈਂਟ ਕੋਲ ਹੈ, ਮੁੱਖ ਮੰਤਰੀ ਕੋਲ ਹੈ। ਜੇ ਹੁਣ ਅੱਜ ਕਹਿੰਦੇ ਇਹ ਕਤਲ ਦਾ
302 ਲੱਗਣੀ ਚਾਹੀਦੀ ਹੈ ਕਿ ਹੋਮ ਡਿਪਾਰਟਮੈਂਟ ਹੈਗਾ, ਤੁਸੀਂ ਕਰੋ FIR ਦਰਜ। ਹੁਣ ਤੁਸੀਂ ਕਹਿੰਦੇ ਹੋ, ਕੱਲ ਮੁੱਖ ਮੰਤਰੀ ਜੀ ਕਹਿੰਦੇ ਕਿ ਜੀ ਅਸੀਂ ਵੀ 2 ਦਿਨ ਦਿੱਤੇ ਅਫਸਰਾਂ ਨੂੰ। ਕੱਲ ਨਹੀਂ ਤੁਸੀਂ ਗੱਲ ਹੈ ਨਾ ਕਿ ਜਿਹੜੇ ਵਿਕਟਮ ਦੇ ਪਰਿਵਾਰ ਹੈ ਉਹ ਆਪ ਕਹਿੰਦੇ ਆ ਕਿ ਆਹ ਸਕੂਟਰ ਨੰਬਰ ਹੈ, ਆਹ ਮੋਬਾਈਲ ਨੰਬਰ ਹੈ, ਆਹ ਬੰਦੇ ਸਪਲਾਈ ਕਰਦੇ ਹੈਗੇ ਆ। ਫਿਰ ਉੱਥੇ ਦਾ ਰਮਨਜੀਤ ਸਿੰਘ ਸਿੱਕੀ ਦਾ ਨਾਮ ਕਲੀਅਰ ਤੌਰ ਤੇ ਲਿੱਤਾ, ਉਹਦੇ PA ਦਾ ਨਾਮ ਲਿੱਤਾ ਗਿਆ ਜਰਮਨਜੀਤ ਸਿੰਘ ਦਾ, ਕਲੀਅਰ ਤੌਰ ਤੇ ਲਿੱਤਾ ਗਿਆ। ਹੁਣ ਮੈਨੂੰ ਸਵੈਚ ਸਾਹਿਬ ਕਹਿੰਦੇ ਸੀਗੇ ਕਿ ਜੀ ਅਪਰੋਚ ਵਾਲੇ ਬੰਦੇ ਮੈਨੂੰ ਦੱਸ ਦਿਓ ਕਿੱਥੇ ਤੱਕ ਅਪਰੋਚ ਹੈਗੀ ਉਹਨਾਂ ਦੀ, ਉਹਨਾਂ ਦਾ ਨਾਮ ਦੱਸ ਦੇਣ ਕਿ ਵੀ ਭਾਈ ਉਹਨਾਂ ਦੀ ਅਪਰੋਚ ਜਿਹੜੀ ਹੈਗੀ ਕਿੱਥੇ ਤੱਕ ਹੈਗੀ ਹੈ। ਜਿਹੜੀ ਗੁਟਕਾ ਸਾਹਿਬ ਦੀ ਕਸਮ ਖਾਧੀ ਹੈ ਕੈਪਟਨ ਸਾਹਿਬ ਨੇ, ਉਹ ਝੂਠੀ ਰਹਿੰਦੀ ਹੈ। ਮੈਂ ਤਾਂ ਕਹਿੰਦਾ ਜਾ ਕੇ ਨਾ ਅਕਾਲ ਤਖਤ ਸਾਹਿਬ ਦੇ ਜਾ ਕੇ। ਠੀਕ ਹੈ ਕਾਲੀਆ ਸਾਹਿਬ, ਮੈਂ ਮਾਫੀ ਚਾਹੁੰਦਾ, ਤੁਹਾਨੂੰ ਵਿਚਾਲੇ ਰੋਕ ਰਹੇ ਹਾਂ। ਤੁਹਾਡੀ ਜਿਹੜੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਉਸ ਦੇ ਵਿੱਚ ਕੋਈ ਟੈਕਨੀਕਲ ਇਸ਼ੂ ਲੱਗ ਰਿਹਾ ਹੈ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਰੋਹਿਤ ਜੀ ਵੀ ਜੁੜੇ ਹੋਏ ਨੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਵੀ ਜੁੜੇ ਹੋਏ ਨੇ। ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਪੇਂਟ ਦੀ ਦੁਕਾਨ ਤੋਂ ਇਹ ਪੂਰਾ ਮਾਮਲਾ ਕਿਵੇਂ ਸ਼ੁਰੂ ਹੋ ਗਿਆ, ਕਿਉਂਕਿ ਜਿਹੜੇ ਲੋਕਾਂ ਨੇ ਘਰਾਂ ਦੇ ਵਿੱਚ ਪੇਂਟ ਕਰਵਾਇਆ ਹੈ ਉਹ ਇਸ ਚੀਜ਼ ਨੂੰ ਸਮਝਦੇ ਨੇ ਕਿ ਅਸੀਂ ਉੱਥੇ ਜਾ ਕੇ ਥਿਨਰ ਖਰੀਦਦੇ ਹਾਂ ਜੋ ਪੇਂਟ ਦੇ ਵਿੱਚ ਪੈਂਦਾ ਹੈ, ਤਾਂ ਕਿ ਵਾਕਈ ਕਿਸੇ ਪੇਂਟ ਦੇ ਸਟੋਰ ਮਾਲਕ ਦੇ ਉੱਤੇ ਉਂਗਲ ਚੁੱਕੀ ਜਾ ਸਕਦੀ ਹੈ। ਇਸ ਦਾ ਮਤਲਬ ਕੀ ਹੁੰਦਾ ਹੈ? ਥਿਨਰ ਜਾਂ ਐਥੇਨੋਲ ਮੈਥੇਨੋਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਸ ਦੇ ਵਿੱਚ ਕੀ ਫਰਕ ਹੁੰਦਾ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਰੋਹਿਤ ਜੀ ਸਾਡੇ ਨਾਲ ਨੇ, ਡਾਕਟਰ ਸਾਹਿਬ ਕੋਲ ਜਾਵਾਂਗੇ, ਪਰ ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਿਹਾ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਗੱਲ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਉੱਤੇ ਕਰ ਰਹੇ ਹਾਂ। ਸਵਾਲ ਬਹੁਤ ਸਾਰੇ ਪੰਜਾਬੀਆਂ ਦੇ ਜ਼ਿਹਨ ਦੇ ਵਿੱਚ ਨੇ ਕਿ ਵਾਕਈ ਇਨਸਾਫ ਦੇ ਰੂਪ ਦੇ ਵਿੱਚ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਮਿਲੇਗਾ। ਮੁੱਖ ਮੰਤਰੀ ਸਖਤੀ ਦਿਖਾ ਰਹੇ ਨੇ, ਤਾਰ ਲੁਧਿਆਣਾ ਤੱਕ ਜੁੜ ਚੁੱਕੇ ਨੇ, ਪੇਂਟ ਕਾਰੋਬਾਰੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੋਗਾ ਤੋਂ ਹੁੰਦਾ ਹੋਇਆ ਹੈ ਪੂਰਾ ਜਿਹੜਾ ਥਿਨਰ ਜਿਸ ਨੂੰ ਕਿਹਾ ਜਾ ਰਿਹਾ ਉਹ ਪਹੁੰਚਦਾ ਤਰਨਤਾਰਨ ਤੇ ਅੰਮ੍ਰਿਤਸਰ। 113 ਲੋਕਾਂ ਦੀ ਮੌਤ ਦੀ ਵਜ੍ਹਾ ਬਣ ਗਿਆ ਕਿ ਵਾਕਈ ਸਿਰਫ ਕੁਝ ਲੋਕ ਇਸ ਦੇ ਵਿੱਚ ਸ਼ਾਮਲ ਨੇ ਜਾਂ ਕੋਈ ਬਹੁਤ ਵੱਡਾ ਨੈਕਸਸ ਹੈ। ਅਸੀਂ ਇਸ ਨੂੰ ਹੀ ਅੱਜ ਪੜਚੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ। ਮਹਿਮਾਨ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ। ਮੈਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ ਰੁਕਾਂਗਾ, ਫੌਰਨ ਹਾਜ਼ਰ ਹੋਵਾਂਗੇ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਜ਼ਹਿਰੀਲੀ ਸ਼ਰਾਬ ਦੇ ਉੱਤੇ ਕਰ ਰਹੇ ਹਾਂ। ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਨਾਲ ਹੁਣ ਤੱਕ 113 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ 100 ਤੋਂ ਪਾਰ ਪਹੁੰਚਿਆ ਤੇ ਜ਼ਰੂਰ ਇਸ ਦੇ ਉੱਤੇ ਸਿਆਸਤ ਵੀ ਹੁੰਦੀ ਨਜ਼ਰ ਆ ਰਹੀ ਹੈ। ਲਿੰਕ ਜੁੜਦੇ ਨੇ ਇਸ ਦੇ ਲੁਧਿਆਣਾ ਨਾਲ, ਮੋਗਾ ਦੇ ਨਾਲ, ਇੱਕ ਪੇਂਟ ਸਟੋਰ ਦੇ ਨਾਲ, ਥਿਨਰ ਦੇ ਨਾਲ। ਮਹਿਮਾਨ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ। ਮੈਂ ਸਿਆਸਤਦਾਨਾਂ ਦਾ ਇੱਕ ਵਾਰ ਫਿਰ ਤੋਂ ਰੁਕ ਕਰਾਂ, ਪਰ ਪਹਿਲਾਂ ਰੁਕ ਕਰਾਂਗਾ ਡਾਕਟਰ ਸਾਹਿਬ ਦਾ। ਡਾਕਟਰ ਰੋਹਿਤ ਸ਼ਰਮਾ ਸਾਡੇ ਨਾਲ ਨੇ। ਡਾਕਟਰ ਰੋਹਿਤ, ਤੁਹਾਡੇ ਤੋਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਕਿਆ ਫਰਕ ਹੁੰਦਾ ਹੈ ਦੋਵੇਂ ਚੀਜ਼ਾਂ ਦੇ ਵਿੱਚ? ਥਿਨਰ ਕਿ ਵਾਕਈ ਹੀ ਸ਼ਰਾਬ ਦੇ ਲਈ ਇਸਤੇਮਾਲ ਹੁੰਦੀ ਹੈ ਜਾਂ ਸੈਨੀਟਾਈਜ਼ਰ ਦੇ ਲਈ ਹੀ ਇਸਤੇਮਾਲ ਹੁੰਦਾ ਹੈ? ਅਸੀਂ ਸਮਝਣਾ ਇਸ ਕਰਕੇ ਜਾ ਰਹੇ ਹਾਂ ਕਿ ਇੱਕ ਪੇਂਟ ਸਟੋਰ ਦੇ ਨਾਲ ਪੂਰਾ ਲਿੰਕ ਜੁੜਨਾ ਕਿਤਨਾ ਕਿਤੇ ਸਵਾਲ ਖੜੇ ਕਰਦਾ ਹੈ। ਇੱਥੋਂ ਤੱਕ ਕਿਹਾ ਜਾ ਰਿਹਾ ਕਿ ਪੇਂਟ ਸਟੋਰ ਵਾਲੇ ਨੇ ਆਪਣਾ ਸਮਾਨ ਵੇਚ ਦਿੱਤਾ 3 ਡਰਮ, ਤਾਂ ਉਸ ਦੇ ਵਿੱਚ ਉਸ ਦਾ ਕੀ ਕਸੂਰ? ਸਮਝਣਾ ਚਾਹਾਂਗੇ ਕਿ ਅੰਤਰ ਕੀ ਹੁੰਦਾ ਹੈ ਜਿਹੜੇ ਇਹ ਕੈਮੀਕਲਸ ਨੇ। ਸ਼ੁਕਰੀਆ ਬਹੁਤ-ਬਹੁਤ। ਅਸਲ ਵਿੱਚ ਜਿਹੜੀ ਸ਼ਰਾਬ ਪੀਣ ਵਾਸਤੇ ਯੂਜ਼ ਕਰਦੇ ਆ ਉਹਨੂੰ ਅਸੀਂ ਕਹਿੰਦੇ ਆ ਕੈਮੀਕਲ ਭਾਸ਼ਾ ਦੇ ਵਿੱਚ ਇਥਨੋਲ ਜਾਂ ਇਥਾਈਲ ਅਲਕੋਹਲ। ਇਹ ਜਿਹੜੀ ਇਥਨੋਲ ਹੈਗੀ ਹੈ ਇਹ ਹਰ ਤਰ੍ਹਾਂ ਦੀ ਸ਼ਰਾਬ 'ਚ, ਚਾਹੇ ਉਹ ਵਿਸਕੀ ਹੋਵੇ, ਬੀਅਰ ਹੋਵੇ ਜਾਂ ਕਿਸੇ ਤਰ੍ਹਾਂ ਦੀ ਵੀ ਹੋਵੇ, ਉਹਦੇ 'ਚ ਅਲੱਗ-ਅਲੱਗ ਕੁਆਂਟੀਟੀ ਹੁੰਦੀ ਹੈ ਇਹਦੀ, ਤੇ ਉਹ ਜਿਹੜੀ ਇਹਦੀ ਮਾਤਰਾ ਹੈਗੀ ਹੈ ਉਹ ਫਰਕ ਹੁੰਦੀ ਹੈ, ਤੇ ਉਸ ਮਾਤਰਾ ਨੂੰ ਵੇਰੀ ਕਰਕੇ ਸ਼ਰਾਬ ਦੀ ਅਲੱਗ-ਅਲੱਗ ਕਿਸਮ ਬਣਦੀ ਹੈ। ਪਰ ਹੋਇਆ ਕੀ ਹੈ ਕਿ ਜਦੋਂ ਜਿਹੜੀ ਇੱਕ ਸ਼ਬਦ ਹੈਗਾ ਜਿਹਨੂੰ ਕਹਿੰਦੇ ਡੀਨੇਚਰਡ ਅਲਕੋਹਲ ਜਾਂ ਡੀਨੇਚਰਡ ਸਪਿਰਿਟ, ਜਿਹਦੇ ਵਿੱਚ ਕਿ ਜਿੱਦਾਂ ਤੁਸੀਂ ਗੱਲ ਕੀਤੀ ਪੇਂਟ ਵਿੱਚ ਜਾਂ ਦੂਸਰਾ ਹਾਰਡਵੇਅਰ ਦੀ ਦੁਕਾਨਾਂ ਦੇ ਵਿੱਚ ਜਿਹੜੀ ਮਿਲਦਾ ਹੈ ਜਿਹੜਾ ਡੀਨੇਚਰਡ ਸਪਿਰਿਟ, ਉਹਦੇ ਵਿੱਚ ਮੈਥਨੋਲ ਪਾਈ ਜਾਂਦੀ ਹੈ। ਇਥਨੋਲ ਦੇ ਨਾਲ 10% ਤੱਕ ਮੈਥਨੋਲ ਪਾਈ ਜਾਂਦੀ ਹੈ। ਉਹ ਜਿਹੜੀ ਮੈਥਨੋਲ ਹੁੰਦੀ ਹੈ ਉਸ ਅਲਕੋਹਲ ਨੂੰ, ਇਥਨੋਲ ਨੂੰ ਡੀਨੇਚਰ ਕਰ ਦਿੰਦੀ ਹੈ ਤੇ ਪੀਣ ਵਿੱਚ ਵੀ ਉਹ ਟੌਕਸਿਕ ਹੋ ਜਾਂਦੀ ਹੈ। ਯਾਨੀ ਅਸੀਂ ਜੇ ਉਹਨੂੰ ਪੀਏ ਤਾਂ ਸਾਨੂੰ ਉਹ ਨੁਕਸਾਨ ਹੋ ਸਕਦਾ ਹੈ। ਹੁੰਦਾ ਕੀ ਹੈ ਕਿ ਜਦੋਂ ਮੈਥਨੋਲ ਸਾਡੇ ਸਰੀਰ ਦੇ ਅੰਦਰ ਜਾਂਦੀ ਹੈ ਤੇ ਉਹ ਫਾਰਮਿਕ ਐਸਿਡ ਬਣਾਉਂਦੀ ਹੈ, ਜਿਹਨੂੰ ਜਿਹੜਾ ਕਿ ਸਾਡੇ ਸਰੀਰ ਵਾਸਤੇ ਬਹੁਤ ਖਰਾਬ ਹੁੰਦਾ ਹੈ, ਤੇ ਉਹਦੇ ਕਰਕੇ ਸਾਨੂੰ ਬਹੁਤ ਸਾਰੀ ਪ੍ਰੋਬਲਮਸ ਹੋ ਸਕਦੀਆਂ। ਜੇ ਘੱਟ ਮਾਤਰਾ ਵਿੱਚ ਲਈ ਜਾਵੇ ਤਾਂ ਸਾਨੂੰ ਬਲਾਈਂਡਨੈਸ ਹੋ ਸਕਦੀ ਹੈ ਉਹਦੇ ਨਾਲ, ਜਿੱਦਾਂ ਕਿ ਅਸੀਂ ਦੇਖਿਆ ਕਈ ਕੇਸਾਂ ਵਿੱਚ ਲੋਕਾਂ ਨੂੰ ਦਿਖਣਾ ਬੰਦ ਹੋ ਜਾਂਦਾ ਹੈ ਡੀਨੇਚਰਡ ਅਲਕੋਹਲ ਪੀਣ ਨਾਲ। ਤੇ ਇਸ ਕਰਕੇ ਇਹੀ ਜਿਹੜੀ ਐਥਨੋਲ ਹੈਗੀ ਹੈ, ਇਹੀ ਐਥਨੋਲ ਜਿਹੜੀ ਹੈ ਸੈਨੀਟਾਈਜ਼ਰ ਵਿੱਚ ਵੀ ਯੂਜ਼ ਕੀਤੀ ਜਾਂਦੀ ਰਹੀ ਹੈ, ਤੇ ਸੈਨੀਟਾਈਜ਼ਰ 'ਚ ਇਹਦੀ ਕੁਆਂਟੀਟੀ ਹੋਰ ਵੀ ਜ਼ਿਆਦਾ ਯੂਜ਼ ਕੀਤੀ ਗਈ ਹੈ। ਪਰ ਉਹ ਸੈਨੀਟਾਈਜ਼ਰ ਦੇ ਵਿੱਚ ਜਾਂ ਜਿਹੜੀ ਆਪਾਂ ਹਾਰਡਵੇਅਰ ਦੀ ਗੱਲ ਕਰੀਏ ਜਾਂ ਜਿਹੜੇ ਪੇਂਟ ਦੇ ਵਿੱਚ ਡੀਨੇਚਰਡ ਸਪਿਰਿਟ ਵਿੱਚ ਯੂਜ਼ ਕੀਤੀ ਜਾਂਦੀ ਹੈ, ਉਹ ਬਿਲਕੁਲ ਵੀ ਨਹੀਂ ਪੀ ਜਾ ਸਕਦੀ। ਪਰ ਉਹਨੂੰ ਕਿਉਂਕਿ ਜਿਹੜੀ ਸਾਡੀ ਆਮ ਸ਼ਰਾਬ ਹੈ ਉਹਦੇ ਤੇ ਐਕਸਾਈਜ਼ ਡਿਊਟੀ ਲੱਗਦੀ ਹੈ, ਤੇ ਉਹ ਐਕਸਾਈਜ਼ ਡਿਊਟੀ ਨਾਲ ਮਹਿੰਗੀ ਹੋ ਜਾਂਦੀ ਹੈ ਸ਼ਰਾਬ,
ਪਰ ਇਹ ਜਿਹੜੀ ਡੀਨੇਚਰਡ ਸਪਿਰਿਟ ਹੈ ਸਸਤੀ ਮਿਲ ਜਾਂਦੀ ਹੈ ਤੇ ਹਾਲਾਂਕਿ ਗਵਰਨਮੈਂਟ ਨੂੰ ਇੱਕ ਪੂਰਾ ਚੈੱਕ ਕਰਨਾ ਚਾਹੀਦਾ ਕਿ ਇਹ ਵਿਕਣੀ ਨਹੀਂ ਚਾਹੀਦੀ ਇਸ ਤਰ੍ਹਾਂ ਨਾਲ ਪੀਣ ਵਾਸਤੇ, ਪਰ ਉਹ ਜਦੋਂ ਮਿਲ ਜਾਂਦੀ ਹੈ ਲੋਕਾਂ ਨੂੰ ਤੇ ਉਹਦੇ ਵਿੱਚ ਮੈਥਨੋਲ ਦੀ ਵਜ੍ਹਾ ਨਾਲ ਟੌਕਸਿਸਿਟੀ ਹੋ ਜਾਂਦੀ ਹੈ ਤੇ ਉਹਦੇ ਕਰਕੇ ਲੋਕਾਂ ਵਿੱਚ ਬਹੁਤ ਸਾਰੀ ਪ੍ਰੋਬਲਮਸ ਤੇ ਜੇ ਜ਼ਿਆਦਾ ਮਾਤਰਾ 'ਚ ਪੀ ਦਿੱਤੀ ਜਾਵੇ ਤਾਂ ਮੌਤ ਵੀ ਹੋ ਜਾਂਦੀ ਹੈ। ਤੇ ਇਸ ਕੇਸ ਵਿੱਚ ਵੀ ਡਾਕਟਰ ਸਾਹਿਬ ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਸਮਝਣੀ ਚਾਹੁੰਦਾ, ਜੇਕਰ ਤੁਹਾਨੂੰ ਇਸ ਬਾਰੇ ਜਾਣਕਾਰੀ ਹੋਵੇ, ਹਾਲਾਂਕਿ ਇਹ ਇੱਕ ਜ਼ਰੂਰ ਕਾਨੂੰਨ ਦਾ ਵਿਸ਼ਾ ਹੈਗਾ ਕਿ ਜਿਹੜੀ ਮੈਥਨੋਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਸ ਦੀ ਕੁਆਂਟੀਟੀ ਰੱਖਣ ਦੇ ਉੱਤੇ ਕੋਈ ਪਾਬੰਦੀ ਹੈ ਕਿ ਤੁਸੀਂ ਇੰਨੀ ਕੁਆਂਟੀਟੀ ਰੱਖ ਸਕਦੇ ਹੋ ਜਾਂ ਇੰਨੀ ਕੁਆਂਟੀਟੀ ਹੀ ਸੇਲ ਕੀਤੀ ਜਾ ਸਕਦੀ ਹੈ, ਨਾ ਕੋਈ ਇਸ ਦੇ ਲਈ ਕੋਈ ਦਿਸ਼ਾ ਨਿਰਦੇਸ਼ ਹੈਗੇ ਨੇ ਜੇਕਰ ਤੁਹਾਡੀ ਜਾਣਕਾਰੀ 'ਚ ਹੋਵੇ? ਜੀ ਜਿਹੜੀ ਮੈਥਨੋਲ ਹੁੰਦੀ ਹੈ ਉਹ ਕੱਲੀ ਨਹੀਂ ਯੂਜ਼ ਕੀਤੀ ਜਾਂਦੀ, ਉਹਨੂੰ ਐਥਨੋਲ ਦੇ ਵਿੱਚ ਪਾਇਆ ਜਾਂਦਾ ਹੈ। ਉਹਨੂੰ ਪਾਇਆ ਹੀ ਇਸ ਕਰਕੇ ਜਾਂਦਾ ਹੈ ਕਿਉਂਕਿ ਉਹ ਲੋਕੀ ਯੂਜ਼ ਨਾ ਕਰ ਸਕਣ ਪੀਣ ਵਾਸਤੇ। ਉਹਦੀ ਕੁਆਂਟੀਟੀ ਜਿਹੜੀ ਹੈ ਉਹ 10% ਤੱਕ ਮੈਕਸਿਮਮ ਪਾਈ ਜਾਂਦੀ ਹੈ, ਕਿਸੇ ਕੇਸ 'ਚ 5% ਪਾਈ ਜਾਂਦੀ ਹੈ, ਪਰ ਉਹ ਮਾਤਰਾ ਇੰਨੀ ਹੁੰਦੀ ਹੈ ਕਿ ਤੁਸੀਂ ਉਹਨੂੰ ਪੀ ਨਹੀਂ ਸਕਦੇ, ਪੀਣ ਨਾਲ ਮਤਲਬ ਪ੍ਰੋਬਲਮ ਹੋ ਜਾਂਦੀ ਹੈ। ਪਰ ਉਹ ਜਿਹੜੇ ਸ਼ਰਾਬ ਬਣਾਉਣ ਵਾਲੇ ਹੈਗੇ ਆ ਉਸ ਤੋਂ ਉਹਦੇ ਵਿੱਚ ਪਾਣੀ ਪਾ ਕੇ ਉਹਨੂੰ ਡਾਇਲੂਟ ਕਰਕੇ, ਜਿਹਨੂੰ ਆਪਾਂ ਉਹਨੂੰ ਸਰਲ ਭਾਸ਼ਾ ਵਿੱਚ ਕਹਿੰਦੇ ਆ ਕਿ ਉਹਨੂੰ ਉਹਦੇ 'ਚ ਪਾਣੀ ਦੀ ਮਾਤਰਾ ਵਧਾ ਕੇ ਪਲੱਸ ਕੁਝ ਹੋਰ ਕੈਮੀਕਲ ਪਾ ਕੇ ਉਹਨੂੰ ਕੋਸ਼ਿਸ਼ ਕਰਦੇ ਆ ਕਿ ਉਸੇ ਪੀਣ ਵਾਸਤੇ ਠੀਕ ਹੋ ਜਾਏ। ਪਰ ਉਹ ਕਿਉਂਕਿ ਉਹਨਾਂ ਨੂੰ ਸਾਇੰਟੀਫਿਕ ਨੌਲੇਜ ਨਹੀਂ ਹੁੰਦੀ, ਪਤਾ ਨਹੀਂ ਹੁੰਦਾ, ਉਹ ਘਰ ਬੈਠ ਕੇ ਜਾਂ ਕਿਸੇ ਆਪਣੇ ਨਾਰਮਲ ਜਗ੍ਹਾ ਤੇ ਕਰਕੇ ਉੱਥੇ ਕਰਦੇ ਆ ਤੇ ਇਸ ਕਰਕੇ ਉਹਦੇ ਵਿੱਚ ਮੈਥਨੋਲ ਦੀ ਮਾਤਰਾ ਰਹਿੰਦੀ ਹੈ ਤੇ ਉਹ ਮਾਤਰਾ ਜਿਹੜੀ ਹੈ ਅਲਟੀਮੇਟਲੀ ਜਾ ਕੇ ਸਾਨੂੰ ਸਾਡੇ ਵਾਸਤੇ ਮਰਨ ਦਾ ਇੱਕ ਜਿਹੜਾ ਕਾਰਨ ਬਣੀ ਹੈ। ਉਹਦਾ ਮੇਨ ਰੀਜ਼ਨ ਇਹੀ ਹੈ ਕਿ ਉਹ ਮੈਥਨੋਲ ਦੀ ਮਾਤਰਾ ਉਹਦੇ ਕਾਰਨ ਬਣ ਸਕਦੀ ਹੈ। ਤੁਸੀਂ ਜੋ ਜ਼ਿਕਰ ਕਰ ਰਹੇ ਸੀ ਇਸ ਜਿਹੜੇ ਇਹ ਮਾਮਲੇ ਆਏ ਨੇ ਤਰਨਤਾਰਨ ਤੋਂ, ਅੰਮ੍ਰਿਤਸਰ ਤੋਂ, ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਕੇਸਿਸ ਅਜਿਹੇ ਵੀ ਰਿਪੋਰਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਅੱਖਾਂ ਦੀ ਰੌਸ਼ਨੀ ਚਲੀ ਗਈ। ਇੱਕ ਸ਼ਖਸ ਦੇ ਵੱਲੋਂ ਦੱਸਿਆ ਗਿਆ ਕਿ ਉਹਨੇ ਜ਼ਿਆਦਾ ਉਸਦਾ ਸੇਵਨ ਨਹੀਂ ਕੀਤਾ ਸੀ ਪਰ ਉਸਦੀ ਅੱਖਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ, ਜੋ ਤੁਸੀਂ ਵੀ ਜ਼ਿਕਰ ਕੀਤਾ ਹੈ। ਡਾਕਟਰ ਸਾਹਿਬ ਸਾਡੇ ਨਾਲ ਬਣੇ ਨੂੰ ਕੁਝ ਹੋਰ ਸਵਾਲ ਨੇ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਸਿਆਸਤਦਾਨ ਜਿਹੜੇ ਜੁੜੇ ਹੋਏ ਨੇ, ਇੱਕ ਵਾਰ ਫਿਰ ਤੋਂ ਮੈਂ ਉਹਨਾਂ ਦਾ ਰੁਖ ਕਰਾਂਗਾ। ਵਲਟੋਆ ਸਾਹਿਬ ਤੁਹਾਡਾ ਰਿਐਕਸ਼ਨ ਚਾਹਾਂਗੇ। ਕਾਂਗਰਸ ਕਹਿ ਰਹੀ ਹੈ ਕਿ ਤੁਸੀਂ ਥੋੜਾ ਜਿਹਾ ਸਬਰ ਕਰੋ, ਵਿਰੋਧੀ ਪਾਰਟੀਆਂ ਨੂੰ ਕਹਿ ਰਹੀ ਹੈ ਕਿ ਐਕਸ਼ਨ ਹੋ ਰਿਹਾ ਹੈ, ਐਕਸ਼ਨ ਹੋਏਗਾ। ਜਿਸ ਤਰੀਕੇ ਨਾਲ ਸੀਐਮ ਦੀ ਸਟੇਟਮੈਂਟਸ ਪਿਛਲੇ ਕੁਝ ਦਿਨਾਂ 'ਚ ਸਾਹਮਣੇ ਆਈਆਂ ਨੇ ਜਾਂ ਜਿਹੜੀਆਂ ਕਰੰਟ ਸਟੇਟਮੈਂਟਸ ਨੇ ਜੋ ਬਿਲਕੁਲ ਤਾਜ਼ੀਆਂ ਜਾਣਕਾਰੀਆਂ ਇਸ ਸਮੇਂ ਉਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿ ਵਾਕਈ ਹੀ ਇਸ ਮੌਕੇ ਦੇ ਉੱਤੇ ਸਿਆਸਤ ਹੋਣੀ ਲਾਜ਼ਮੀ ਹੈ। 100 ਲੋਕਾਂ ਦੀ ਮੌਤ ਹੋਈ ਹੈ, ਸਭ ਨੂੰ ਦਿਖ ਰਿਹਾ, ਪੰਜਾਬ ਉਸ ਦਾ ਦਰਦ ਮਹਿਸੂਸ ਕਰ ਰਿਹਾ ਹੈ ਕਿਉਂਕਿ ਇਲਜ਼ਾਮ ਤਾਂ ਸਿਆਸਤਦਾਨ ਲਗਾਉਂਦੇ ਨੇ ਵਿਰੋਧੀ ਪਾਰਟੀਆਂ, ਪਰ ਸੀਐਮ ਦੇ ਵੱਲੋਂ ਜੋ ਕਦਮ ਚੁੱਕੇ ਜਾ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਬਿਲਕੁਲ ਸਹੀ ਦਿਸ਼ਾ ਵੱਲ ਵੱਧ ਰਹੇ ਨੇ? ਦੇਖੋ ਇਹ 'ਚ ਕੋਈ ਡਰਾਵਾ ਨਹੀਂ ਹੈ ਕਿ ਜਿਸ ਤਰ੍ਹਾਂ ਦਾ ਦੁਖਾਂਤ ਵਾਪਰਿਆ ਇਹਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ, ਪਰ ਆਪਾਂ ਸੱਚਾਈ ਤੋਂ ਵੀ ਨਹੀਂ ਭੱਜ ਸਕਦੇ ਕਿ ਸਰਕਾਰ ਦੀ ਅਣਗਹਿਲੀ ਕਰਕੇ ਜੋ ਪ੍ਰਤੱਖ ਰੂਪ 'ਚ ਸਾਹਮਣੇ ਆਇਆ ਹੈ, ਸਰਕਾਰ ਦੀ ਮਿਲੀ ਭੁਗਤ ਕਰਕੇ ਇਹ ਸਾਰਾ ਕੁਝ ਕਹਿਰ ਵਾਪਰਿਆ ਹੈ ਤੇ ਲਾਸ਼ਾਂ ਦੇ ਅੰਬਾਰ ਲੱਗ ਗਏ। 125 ਲੋਕਾਂ ਦੀ ਮੌਤ ਹੋ ਜੇ ਔਰ ਚਰਚੇ ਚੱਲ ਰਹੇ ਨੇ ਲੰਬੇ ਸਮੇਂ ਤੋਂ, ਤੇ ਲਾਕਡਾਊਨ ਦੇ ਦੌਰਾਨ ਬੜੇ ਵੱਡੇ ਪੱਧਰ ਤੇ ਚਰਚੇ ਚੱਲੇ ਕਿ ਕਾਂਗਰਸੀ ਆਗੂ ਸਾਹਿਬਾਨ, ਲੀਡਰ ਸਾਹਿਬਾਨ ਸ਼ਰਾਬ ਦਾ ਨਜਾਇਜ਼ ਧੰਦਾ ਕਰਦੇ ਆ, ਸਮਗਲਿੰਗ ਕਰਦੇ ਆ, ਖਜ਼ਾਨੇ ਨੂੰ ਚੂਨਾ ਲਗਾਇਆ। ਕੈਪਟਨ ਅਮਰਿੰਦਰ ਸਿੰਘ ਨੇ ਸਟੇਟਮੈਂਟ ਦਿੱਤੀ ਕਿ ਹੁਣ ਅਸੀਂ ਸਖਤੀ ਕਰਾਂਗੇ ਔਰ ਉਹਨਾਂ ਨੇ ਡੀਜੀਪੀ ਨੂੰ ਹਦਾਇਤਾਂ ਕੀਤੀਆਂ ਕਿ ਜਿੱਥੋਂ ਠੀਕ ਹੈ ਵਲਟੋਆ ਸਾਹਿਬ, ਮੈਂ ਦੁਬਾਰਾ ਕੋਸ਼ਿਸ਼ ਕਰੂੰਗਾ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਸਕੀਏ। ਤੁਹਾਡੇ ਜਿਹੜੇ ਟੈਕਨੀਕਲੀ ਪ੍ਰੋਬਲਮ ਕੁਛ ਆ ਰਹੀ ਹੈ, ਸਿਗਨਲ ਸਾਡੇ ਤੱਕ ਸਾਫ਼ ਨਹੀਂ ਪਹੁੰਚ ਰਹੇ, ਲਾਜ਼ਮੀ ਤੌਰ ਤੇ ਦਰਸ਼ਕਾਂ ਨੂੰ ਨਹੀਂ ਸਮਝ ਆ ਰਿਹਾ ਹੋਏਗਾ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਮੈਂ ਇੱਕ ਵਾਰ ਫਿਰ ਤੋਂ ਆਪਣੇ ਮਹਿਮਾਨਾਂ ਦਾ ਰੁਖ ਕਰ ਰਹੇ ਹਾਂ। ਸਾਡੇ ਨਾਲ ਕੁਲਤਾਰ ਸਿੰਘ ਸੰਧਵਾ ਜੀ ਵੀ ਸਾਡੇ ਨਾਲ ਨੇ ਤੇ ਨਾਲ ਕਿ ਸੁਰਜੀਤ ਸਵੈਤ ਜੀ ਵੀ ਸਾਡੇ ਨਾਲ ਨੇ ਜੋ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਕੁਲਤਾਰ ਜੀ, ਜੋ ਤੁਸੀਂ ਜ਼ਿਕਰ ਕਰ ਰਹੇ ਸੀ ਤੇ ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਕਹਿ ਰਹੇ ਨੇ ਕਿ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਏਗਾ। ਉਹ ਇਹ ਵੀ ਮੰਨ ਰਹੇ ਨੇ ਕਿ ਹੋ ਸਕਦਾ ਹੈ ਕਿ ਕੋਈ ਕਾਂਗਰਸੀ ਦਾ ਹੱਥ ਹੋਵੇ ਜਾਂ ਕੋਈ ਕਾਂਗਰਸ ਦਾ ਕੋਈ ਲੀਡਰ ਹੋਵੇ। ਇਸ ਸਮੇਂ ਤੁਹਾਡੀ ਮੰਗ ਕੀ ਹੈ? ਮੈਂ ਆਮ ਆਦਮੀ ਪਾਰਟੀ ਦਾ ਸਮਝਣਾ ਚਾਹੁੰਦਾ। ਅਕਾਲੀ ਦਲ ਤਾਂ ਜਾ ਕੇ ਧਰਨਾ ਪ੍ਰਦਰਸ਼ਨ ਕਰਨ ਲੱਗ ਗਿਆ। ਅਕਾਲੀ ਦਲ ਨੇ ਧਰਨਾ ਪ੍ਰਦਰਸ਼ਨ ਜਿਹੜੇ ਵਿਧਾਇਕ ਨੇ ਉਹਨਾਂ ਦੇ ਘਰ ਦੇ ਬਾਹਰ, ਰਮਨਜੀਤ ਸਿੱਕੀ ਦੇ ਘਰ ਦੇ ਘਰਾਓ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਕੀ ਚਾਹੁੰਦੇ ਹੋ ਇਸ ਸਮੇਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਐਕਸ਼ਨ ਕੀ ਹੋਵੇ? ਕੀ ਇਸ ਪੂਰੇ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕਰਦੇ ਹੋ ਜਾਂ ਕਿਵੇਂ ਤੁਸੀਂ ਇਸ ਪੂਰੇ ਮਾਮਲੇ ਨੂੰ ਦੇਖਦੇ ਹੋ? ਸੰਧਵਾ ਜੀ, ਦੇਖੋ ਜੀ, ਦਿਸ ਹੈਜ਼ ਬੀਨ ਹੈਪਨਿੰਗ ਫॉर द ਲਾਸਟ 18 ਇਅਰਸ। 18 ਸਾਲ ਤੋਂ ਇਹ ਗੁਰਥ ਦਾ ਚੱਲ ਰਿਹਾ, ਸਾਰੀਆਂ ਸਰਕਾਰਾਂ ਆਈਆਂ, ਪਰ ਇਹ ਜਦੋਂ 100 ਲੋਕ ਮਰ ਗਏ, 100 ਲੋਕਾਂ ਦਾ ਮਤਲਬ ਇਹ ਨਹੀਂ ਇੱਕ ਮੌਤ ਜਿਹਦੇ ਘਰੇ ਹੋਈ ਉਹਦੇ ਵਾਸਤੇ ਉਹਦੀ ਦੁਨੀਆ ਦਾ ਅੰਤ ਹੋ ਗਿਆ। ਹੁਣ ਇਹ ਇੱਕ ਪੇਂਟ ਸ਼ਾਪ ਵਾਲੇ ਨੂੰ ਫੜ ਕੇ ਤੇ ਇਹਨੂੰ ਡੀਰੇਲ ਕਰਨਾ ਚਾਹੁੰਦੇ ਆ। ਸੋ ਉਹ ਡੀਰੇਲ ਅਸੀਂ ਨਹੀਂ ਹੋਣ ਦੇਵਾਂਗੇ। ਕੱਲ ਅਸੀਂ ਸੀਐਮ ਸਾਹਿਬ ਦੇ ਘਰ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਉੱਥੇ ਕੁੱਟਿਆ ਗਿਆ, ਥਾਣੇ 'ਚ ਬੰਦ ਕੀਤਾ ਗਿਆ। 7 MLA ਦਾ
ਸਾਡੇ ਵੱਖ-ਵੱਖ ਜਿਹੜੇ ਪੰਜਾਬ ਦੇ ਕਾਂਗਰਸ ਦੇ ਐਮਐਲਏ ਉਹਨਾਂ ਦਾ ਘਰਾਓ ਆਮ ਆਦਮੀ ਪਾਰਟੀ ਨੇ ਕੀਤਾ। ਔਰ ਅਸੀਂ ਇਹ ਚਾਹੁੰਦੇ ਆ ਜਿਵੇਂ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਮੰਗ ਕੀਤੀ ਆ, ਸਾਡੇ ਨੈਸ਼ਨਲ ਕਨਵੀਨਰ ਨੇ ਦਿੱਲੀ ਬੈਠਿਆਂ ਨੂੰ ਉਹ ਬੋਲ ਪਏ, ਲੇਕਿਨ ਕੈਪਟਨ ਅਮਰਿੰਦਰ ਸਿੰਘ ਜਿਹੜੇ ਇੱਥੇ ਪੰਜਾਬ ਦੇ ਵਿੱਚ ਬੈਠੇ ਆ, ਆਪਦੀ ਆਰਾਮਗਾਹ ਦੇ ਵਿੱਚ ਬੈਠੇ ਆ, ਪਿਛਲੇ 3.5 ਸਾਲਾਂ 'ਚ ਬੈਠੇ ਆ। ਅਸੀਂ 3.5 ਸਾਲ ਦੇ ਰੌਲਾ ਪਾ ਰਹੇ ਆ ਵੀ ਬਾਹਰੋਂ ਸ਼ਰਾਬ ਆ ਰਹੀ ਹੈ, ਨਕਲੀ ਸ਼ਰਾਬ ਆ ਰਹੀ ਹੈ, 2 ਨੰਬਰ ਦੀ ਸ਼ਰਾਬ ਆ ਰਹੀ ਹੈ। ਇਹ ਕਹਿੰਦੇ ਵੀ ਕਿਸੇ ਪੇਂਟ ਵਾਲੇ ਨੇ ਵੇਚਤੀ, ਇਹਨਾਂ ਦੀਆਂ ਡਿਸਟਿਲਰੀਆਂ ਦੇ ਵਿੱਚੋਂ ਨਿਕਲ ਰਹੀ ਹੈ ਸ਼ਰਾਬ, 2 ਨੰਬਰ ਦੀ ਸ਼ਰਾਬ ਨਿਕਲ ਰਹੀ ਆ। ਨਾਲੇ ਇਹਨੇ ਖਜ਼ਾਨੇ ਨੂੰ ਚੂਨਾ ਲਾਇਆ ਇਹਨਾਂ ਨੇ, ਔਰ ਇਹਦਾ ਜ਼ਿੰਮੇਵਾਰ ਸਿੱਧਾ ਸਿੱਧਾ ਮੁੱਖ ਮੰਤਰੀ ਹੈ, ਕੱਲੇ ਐਮਐਲਏ ਨਾਲ ਨਹੀਂ ਸਰਦਾ। ਇਹ ਮਹਿਕਮਾ ਕਿਹਦੇ ਕੋਲੇ ਆ? ਮੁੱਖ ਮੰਤਰੀ ਸਾਹਿਬ ਕੋਲੇ ਆ। ਜੇ ਘੁਟਾਲਾ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ। ਮੈਂ ਮਾਫੀ ਚਾਹੁੰਦਾ ਵਿਚਾਲੇ ਰੋਕ ਰਹੇ ਹਾਂ। ਮੈਂ ਦੋਨੋਂ ਚੀਜ਼ਾਂ ਨੂੰ ਸਮਝਣਾ ਚਾਹੁੰਦਾ ਕਿ ਤੁਸੀਂ ਰਾਜਪੁਰਾ ਦੀ ਡਿਸਟਿਲਰੀ ਜਾਂ ਖੰਨਾ ਦੀ ਡਿਸਟਿਲਰੀ ਉਹਨੂੰ ਇਸ ਦੇ ਵਿੱਚ ਕਹਿ ਰਹੇ ਹੋ ਕਿ ਇਸ ਦਾ ਸਿੱਧਾ ਕੋਈ ਕਨੈਕਸ਼ਨ ਹੈ, ਕਿਉਂਕਿ ਹੁਣ ਤੱਕ ਜਾਂਚ ਦੇ ਵਿੱਚ ਸਾਹਮਣੇ ਨਹੀਂ ਆਇਆ। ਪੁਲਿਸ ਕਹਿੰਦੀ ਹੈ ਕਿ ਲੁਧਿਆਣਾ ਤੋਂ ਸ਼ੁਰੂ ਹੋਇਆ, ਲੁਧਿਆਣਾ ਮੋਗਾ ਹੁੰਦਾ ਹੋਇਆ ਤਰਨਤਾਰਨ ਤੇ ਅੰਮ੍ਰਿਤਸਰ ਇਹ ਸਾਰਾ ਸਪਿਰਿਟ ਪਹੁੰਚਿਆ ਹੈ, ਜਿਹੜਾ ਥਿਨਰ ਜਿਸ ਨੂੰ ਕਹਿ ਰਹੇ ਹਾਂ ਸਪਿਰਿਟ ਪਹੁੰਚਿਆ ਹੈ। ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਡਿਸਟਿਲਰੀਜ਼ ਨੇ, ਉਹ ਚਾਹੇ ਰਾਜਪੁਰਾ 'ਚ ਫੜੀ ਗਈ ਹੋਵੇ ਲਾਕਡਾਊਨ ਦੌਰਾਨ ਜਾਂ ਫਿਰ ਇੱਧਰ ਖੰਨਾ ਦੇ ਵਿੱਚ ਜਾਂ ਕਿਸੇ ਹੋਰ ਥਾਂ ਦੇ ਉੱਤੇ, ਕਿ ਉਸ ਦਾ ਕੋਈ ਕਨੈਕਸ਼ਨ ਹੈ? ਨੋ ਜਿਹੜੇ ਆਪਣੇ ਡੀਜੀਪੀ ਸਾਹਿਬ ਆ, ਉਹ ਤਾਂ ਉੱਥੇ ਜਿਹੜੇ ਸ਼ਰਧਾਲੂ ਜਾਂਦੇ ਆ ਕਰਤਾਰਪੁਰ ਸਾਹਿਬ, ਉਹਨਾਂ ਨੂੰ ਅੱਤਵਾਦੀ ਬਣਾ ਦਿੰਦੇ ਆ। ਇਹਨਾਂ ਦਾ ਕੁਝ ਵੀ ਕਹਿ ਸਕਦੇ ਆ, ਇਹ ਸਿਰਫ ਡੀਰੇਲ ਕਰਨ ਦੀ ਗੱਲ ਕਰ ਰਹੇ ਆ। ਬਿਲਕੁਲ ਕਨੈਕਸ਼ਨ ਹੈ ਰਾਜਪੁਰਾ ਦੀ ਡਿਸਟਿਲਰੀ ਦਾ, ਬਿਲਕੁਲ ਕਨੈਕਸ਼ਨ ਹੈ ਜਿਹੜੀ ਇਲੀਗਲ ਉਹਦੇ ਕੋਲਡ ਸਟੋਰ ਦੇ ਵਿੱਚ ਡਿਸਟਿਲਰੀ ਇਹਨਾਂ ਨੇ ਲਾਈ ਗਈ ਸੀ, ਇਹ ਸਾਰਿਆਂ ਦਾ ਕਨੈਕਸ਼ਨ ਹੈ। ਔਰ ਘੁਟਾਲੇ ਕਿਉਂ ਹੁੰਦੇ ਉਹਨਾਂ ਮਹਿਕਮੇ 'ਚ ਜਿਹੜੇ ਮੁੱਖ ਮੰਤਰੀ ਦੇ ਕੋਲੇ ਆ? ਐਗਰੀਕਲਚਰ ਦਾ ਜਿਹੜਾ ਬੀਆਂ ਦਾ ਘੁਟਾਲਾ ਹੋਇਆ ਉਹ ਮੁੱਖ ਮੰਤਰੀ ਕੋਲ, ਜਿਪਸਮ ਦਾ ਘੁਟਾਲਾ ਹੋਇਆ ਉਹ ਮੁੱਖ ਮੰਤਰੀ ਕੋਲ। ਮਤਲਬ ਕਮਾਲ ਦੀ ਗੱਲ ਆ। ਹੁਣ ਆ ਸ਼ਰਾਬ ਦੇ ਵਿੱਚ ਕਤਲੇਆਮ ਹੋ ਗਿਆ, ਕਤਲ ਹੋਇਆ 100 ਬੰਦੇ, ਉਹ ਮੁੱਖ ਮੰਤਰੀ ਕੋਲ। ਉਹ ਜੇ ਤੁਸੀਂ ਨਹੀਂ ਸਾਂਭ ਸਕਦੇ ਛੱਡ ਦਿਓ, ਇਹ ਕਿਸੇ ਹੋਰ ਨੂੰ ਦੇ ਦਿਓ ਕੰਮ ਕਰ, ਤੁਸੀਂ ਆਰਾਮ ਕਰਨਾ ਆਪਦਾ ਕਰੀ ਚੱਲੋ, ਕਿਸੇ ਹੋਰ ਨੂੰ ਦੇ ਦਿਓ ਇਹ ਮਹਿਕਮਾ। ਮਤਲਬ 18 ਸਾਲ ਤੋਂ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲੱਗ ਰਿਹਾ, ਕੋਈ ਨਹੀਂ ਬੋਲ ਰਿਹਾ। 18 ਸਾਲ ਤੋਂ ਸਾਡੇ ਬੱਚਿਆਂ ਨੂੰ ਜ਼ਹਿਰ ਪਿਆਈ ਜਾ ਰਹੀ ਹੈ, ਕੋਈ ਨਹੀਂ ਬੋਲ ਰਿਹਾ। ਹੁਣ 100 ਬੰਦੇ ਮਰ ਗਏ, ਹੁਣ ਅਰਵਿੰਦ ਕੇਜਰੀਵਾਲ ਦਿੱਲੀ ਬੈਠੇ ਬੋਲੇ ਆ, ਲੇਕਿਨ ਇਹ ਉਹਨਾਂ ਨੂੰ ਕਹਿੰਦੇ ਤੁਸੀਂ ਆਪਦੇ ਕੰਮ ਨਾਲ ਕੰਮ ਰੱਖੋ। ਕਿਉਂ? ਦੇਸ਼ ਦੇ ਵਿੱਚ ਕਿਤੇ ਕੋਈ ਵੀ ਮਰੇ, ਅਸੀਂ ਸਾਡਾ ਹੱਕ ਹੈ ਬੋਲਣਾ, ਭਾਵੇਂ ਯੂਪੀ ਦੇ ਵਿੱਚ ਧੱਕਾ ਹੁੰਦਾ, ਕਿਤੇ ਵੀ ਧੱਕਾ ਹੁੰਦਾ, ਅਸੀਂ ਬੋਲਾਂਗੇ। ਸੋ ਗੱਲ ਇਹ ਹੈ ਵੀ ਤੁਸੀਂ ਕੰਮ ਕਰਕੇ ਦਿਖਾਓ। ਐਲਾਨ ਕਰ ਦਿੰਦੇ ਆ, ਕਾਨੂੰਨ ਨਵਾਂ ਬਣਾਤਾ, ਸਾਡੇ ਸੰਵਿਧਾਨ ਦੇ ਵਿੱਚ ਇੱਕ ਤੋਂ ਇੱਕ ਅੱਛਾ ਕਾਨੂੰਨ ਹੈ, ਪਰ ਤੁਸੀਂ ਪੁਲਿਸ ਨੂੰ ਕੰਮ ਹੀ ਨਹੀਂ ਕਰਨ ਦਿੰਦੇ। ਆ ਸਸਪੈਂਡ ਕਰਤੇ ਪੁਲਿਸ ਵਾਲੇ ਛੋਟੇ ਛੋਟੇ, ਤੁਸੀਂ ਜਿਨ੍ਹਾਂ ਲੋਕਾਂ ਨੇ ਉਹਨਾਂ ਤੋਂ ਕਤਲ ਕਰਾਏ ਆ ਉਹਨਾਂ ਦੇ ਪਰਚੇ ਦਿਓ। ਇੱਕ ਛੋਟਾ ਜਿਹਾ ਸਟੇਟਮੈਂਟ ਲੈਣਾ, ਮੁੱਖ ਮੰਤਰੀ ਨੇ ਇਹ ਵੀ ਕਹਿ ਦਿੱਤਾ ਕਿ ਪਕੋਕਾ ਵਰਗੇ ਕਾਨੂੰਨ ਦੀ ਜ਼ਰੂਰਤ ਹੈ। ਐਡਵੋਕੇਟ ਏਜੀ ਜਿਹੜੇ ਹੈਗੇ ਨੇ, ਐਡਵੋਕੇਟ ਜਨਰਲ, ਉਹਨਾਂ ਨੇ ਸਲਾਹ ਦਿੱਤੀ ਹੈ, ਸੁਝਾਅ ਦਿੱਤਾ ਹੈ। ਤੁਹਾਨੂੰ ਲੱਗਦਾ ਕਿ ਮੌਜੂਦਾ ਕਾਨੂੰਨਾਂ ਦੇ ਹੁੰਦੇ ਹੋਏ ਪਕੋਕਾ ਵਰਗੇ ਕਿਸੇ ਸਖਤ ਕਾਨੂੰਨ ਦੀ ਜ਼ਰੂਰਤ ਇਸ ਸਮੇਂ ਹੈ ਪੰਜਾਬ 'ਚ? ਦੇਖੋ ਜੀ, ਇਹਨਾਂ ਨੇ ਸਿਰਫ ਤੇ ਸਿਰਫ ਵਿਰੋਧੀਆਂ ਦੇ ਖਿਲਾਫ ਕਾਨੂੰਨ ਵਰਤਣੇ ਆ। ਇਹ 2 ਨੰਬਰ ਦੀ ਸਰਕਾਰ ਹੈ, ਮਾਫੀਆ ਇਹ ਸਰਕਾਰ ਨੂੰ ਚਲਾ ਰਿਹਾ। ਬਿਲਕੁਲ 302 ਦਾ ਪਰਚਾ ਤਾਂ ਹੋਣਾ ਚਾਹੀਦਾ ਜਿਨ੍ਹਾਂ ਕਰਕੇ ਕਤਲ ਹੋਇਆ, ਲੇਕਿਨ ਇਸ ਤਰ੍ਹਾਂ ਦੇ ਤੁਸੀਂ ਡਰੈਕੋਨੀਅਨ ਲਾ ਜਿਹਦੇ ਵਿੱਚ ਡਿਫੈਂਸ ਦਾ ਮੌਕਾ ਨਾ ਹੋਵੇ ਕਿਸੇ ਕੋਲੇ, ਉਹ ਨਹੀਂ ਹੋਣੇ ਚਾਹੀਦੇ। ਨਾ UAPA ਹੋਣਾ ਚਾਹੀਦਾ, ਉਹ ਗਲਤ ਗੱਲ ਹੈ। ਪਕੋਕਾ ਵੀ ਗਲਤ ਹੈ, ਠੀਕ ਹੈ, ਲੇਕਿਨ ਸਰਕਾਰ ਅਕਾਊਂਟੇਬਲ ਹੋਣੀ ਚਾਹੀਦੀ ਹੈ। SSP DC ਲੋਕਾਂ ਨੂੰ ਜਵਾਬਦੇਹ ਹੋਣੀ ਚਾਹੀਦੀ ਆ। ਆਨਲਾਈਨ ਜਿਹੜੀ ਆ ਕੰਪਲੇਂਟ ਸਿਸਟਮ ਲਾਗੂ ਕਰਨਾ ਚਾਹੀਦਾ ਕਿ ਪਤਾ ਲੱਗੇ। ਫਿਰ FIR ਦਰਜ ਨਹੀਂ ਹੁੰਦੀ, FIR ਦਰਜ ਕਰਨਾ ਸੇ ਪਹਿਲਾਂ MLA ਕੋਲੇ ਜਾਣਾ ਪੈਂਦਾ। मतलब कि ਤੁਸੀਂ ਬਹੁਤ ਸਾਰੇ ਇਲਜ਼ਾਮ ਲਗਾਤੇ ਨੇ, ਬਹੁਤ ਸਾਰੇ ਸਵਾਲ ਮੈਂ ਤੁਹਾਡੇ ਤੋਂ ਪੁੱਛੇ ਨੇ। ਮੈਂ ਸਵੈਜ ਸਾਹਿਬ ਤੋਂ ਇੱਕ ਰਿਐਕਸ਼ਨ ਲੈਣਾ। ਸਵੈਜ ਸਾਹਿਬ, ਜ਼ਿਕਰ ਉਹੀ ਹੋ ਰਿਹਾ ਹੈ ਕਿ ਐਕਸ਼ਨ ਕਦੋਂ? ਤੁਸੀਂ 100 ਲੋਕਾਂ ਦੀ ਮੌਤ ਤੋਂ ਬਾਅਦ ਇਹ ਸਰਕਾਰਾਂ ਕਿਉਂ ਜਾਗਦੀਆਂ ਨੇ? ਹੁਣ ਤੁਹਾਨੂੰ ਕਿਉਂ ਲੱਗ ਰਿਹਾ ਕਿ ਪਕੋਕਾ ਵਰਗਾ ਕੋਈ ਸਖਤ ਕਾਨੂੰਨ ਹੋਣਾ ਚਾਹੀਦਾ ਹੈ? ਸਵਾਲ ਤਾਂ ਇਹੀ ਉੱਠਦਾ ਹੈ ਕਿ ਜਿਹੜੇ ਲੋਕ ਚਲੇ ਗਏ ਉਹਨਾਂ ਨੇ ਤਾਂ ਵਾਪਸ ਆਣਾ ਨਹੀਂ। ਤੇ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਲਾਕਡਾਊਨ ਦੇ ਦੌਰਾਨ ਰਾਜਪੁਰਾ ਦੀ ਡਿਸਟਿਲਰੀ ਜਾਂ ਖੰਨਾ ਦੀ, ਜਾਂ ਜੋ ਕਿਹਾ ਜਾ ਰਿਹਾ ਕਿ ਬਲਾਚੌਰ ਦੇ ਵਿੱਚ ਵੀ ਫੜੀ ਗਈ ਸੀ, ਉਹਨਾਂ ਦੇ ਉੱਤੇ ਜੇਕਰ ਐਕਸ਼ਨ ਹੋਇਆ ਹੁੰਦਾ ਸਖਤੀ ਦੇ ਨਾਲ, ਤਾਂ ਕਿ ਵਾਕਈ ਇਸ ਦੁਖਾਂਤ ਨੂੰ ਟਾਲਿਆ ਨਹੀਂ ਜਾ ਸਕਦਾ ਸੀ? ਦੇਖੋ ਗੌਰਵ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ। ਰਾਜਪੁਰਾ 'ਚ, ਖੰਨਾ 'ਚ ਤੇ ਹੋਰ ਥਾਵਾਂ ਤੋਂ ਜਿਹੜੀਆਂ ਜਾਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, ਤੇ ਇਸੇ ਤਰ੍ਹਾਂ ਆ ਜਿਹੜੀ ਜ਼ਹਿਰ ਹੈਗੀ ਹੈ ਇਹਦੇ ਨਾਲ ਇੰਨੇ ਵਿਅਕਤੀਆਂ ਦੀ ਮੌਤ ਹੋਈ। ਇਹ ਬਹੁਤ ਦੁਖਦਾਈ ਘਟਨਾ ਹੈਗੀਆਂ ਨੇ। ਇਹ ਕਿਤੇ ਨਾ ਕਿਤੇ ਪੁਲਿਸ ਦਾ ਕਹਿ ਲਓ, ਐਡਮਿਨਿਸਟ੍ਰੇਸ਼ਨ ਦਾ ਕਹਿ ਲਓ, ਕਿਤੇ ਨਾ ਕਿਤੇ ਢਿੱਲ ਤਾਂ ਰਹੀ ਹੈ। ਅਗਰ ਜੇ ਸਖਤੀ ਨਾਲ ਪਹਿਲਾਂ ਤੋਂ ਹੀ ਸਾਰੀ ਕਾਰਵਾਈ ਕੀਤੀ ਹੁੰਦੀ, ਸ਼ਾਇਦ ਇਹ ਜਾਨਾਂ ਜਿਹੜੀਆਂ ਹੈਗੀਆਂ ਇਹ ਨਾ ਜਾਂਦੀਆਂ, ਨਾ ਇੰਨੀਆਂ ਕੀਮਤੀ ਸਾਨੂੰ ਜਾਨਾਂ ਦਾ ਜਿਹੜਾ ਲਾਸ ਹੁੰਦਾ। ਲੇਕਿਨ ਦੇਖੋ ਜਿਹੜਾ ਹੋ ਗਿਆ ਉਹਨੂੰ ਤਾਂ ਆਪਾਂ ਵਾਪਸ ਨਹੀਂ ਲੈ ਕੇ ਆ ਸਕਦੇ, ਉਹਨਾਂ ਜਿੰਦਾਂ ਨੂੰ ਤਾਂ ਅਸੀਂ ਵਾਪਸ ਨਹੀਂ ਲੈ ਕੇ ਆ ਸਕਦੇ, ਲੇਕਿਨ ਇੱਥੋਂ ਬਹੁਤ ਵੱਡੇ ਵੱਡੇ ਸਬਕ ਸਿੱਖੇ ਜਾ ਸਕਦੇ ਨੇ। ਕਿ ਸਬਕ ਇਹੋ ਨੇ ਕਿ ਐਸ ਜਿਹੜੇ ਦੁਖਦਾਈ ਘਟਨਾ ਦੇ ਲੋਕ ਜ਼ਿੰਮੇਵਾਰ ਨੇ, ਪਹਿਲਾਂ ਤਾਂ ਉਹਨਾਂ ਨੂੰ ਜਿਹੜਾ ਹੈਗਾ, ਪਹਿਲਾ ਮੌਕਾ ਤਾਂ ਨਹੀਂ ਹੈ ਕਿ ਕੋਈ ਅਜਿਹੀ ਕੋਈ ਘਟਨਾ ਵਾਪਰੀ ਹੋਵੇ। ਆਪਾਂ ਸਬਕ ਕਦੋਂ ਤੱਕ ਸਿੱਖਦੇ ਰਹਾਂਗੇ? ਸਬਕ ਸਿੱਖ ਕੇ ਅਗਲੀ ਵਾਰ ਫੇਰ ਕੋਈ ਅਜਿਹੇ ਹਾਲਾਤ ਬਣ ਜਾਣ ਤਾਂ ਉਹ ਸਬਕ ਸਿੱਖੇ ਦਾ ਫਾਇਦਾ ਵੀ ਕੀ?
ਗੌਰਵ ਜੀ ਦੇਖੋ, ਮੈਂ ਹੋਰ ਅੱਗੇ ਜਾਣਾ ਹੈ ਕਿ ਜਦੋਂ ਐਡੀ ਵੱਡੀ ਘਟਨਾ ਹੋ ਜਾਂਦੀ ਹੈ ਤਾਂ ਸ਼ਾਇਦ ਕਿਤੇ ਨਾ ਕਿਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਜਾਂ ਹੋਰ ਸਟੇਟਾਂ ਦੇ ਲੋਕਾਂ ਨੂੰ ਵੀ ਇਹ ਬਹੁਤ ਵੱਡਾ ਘਟਨਾ ਦਾ ਸਬਕ ਵੀ ਮਿਲੇਗਾ ਕਿ ਦੇਖੋ ਸ਼ਰਾਬ ਦਾ ਧੰਦਾ ਤਾਂ ਚੱਲ ਰਿਹਾ ਹੈ, ਸਰਕਾਰ ਵੀ ਵੇਚਦੀ ਹੈ, ਸਾਰੇ ਸਟੇਟਾਂ ਵੇਚਦੀ ਹੈ, ਦਿੱਲੀ ਸਰਕਾਰ ਵੀ ਵੇਚਦੀ ਹੈ, ਲੇਕਿਨ ਜੋ ਜ਼ਹਿਰੀਲਾ ਜਿਹੜਾ ਜ਼ਹਿਰ ਵੇਚਣਾ, ਇਦਾਂ ਦੇ ਜਿਹੜੇ ਘਿਨਾਉਣੇ ਹਰਕਤਾਂ ਕਰਨੀਆਂ, ਚਾਹੇ ਉਹ ਕੋਈ ਵੀ ਕਰੇ, ਉਹ ਠੀਕ ਨਹੀਂ ਹੁੰਦੀਆਂ ਹੈਗੀਆਂ। ਉਹ ਆਪਣੇ ਲੋਕਾਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਜਾਨਾਂ ਲੈਂਦੀਆਂ ਨੇ, ਉਹ ਤਾਂ ਬਹੁਤ ਹੀ ਖਤਰਨਾਕ ਕਿਸਮ ਦਾ ਕੰਮ ਹੈਗਾ। ਇਸ ਤੋਂ ਗੰਦਾ ਕੰਮ ਨਹੀਂ ਹੋ ਸਕਦਾ। ਚਲੋ ਹੁਣ ਆਪਾਂ ਨੂੰ ਦੇਖੋ ਘੱਟੋ ਘੱਟ ਸਾਰੇ ਸੰਧਵਾ ਸਾਹਿਬ ਕੁਝ ਕਹਿ ਰਹੇ ਨੇ, ਉਸ ਤੋਂ ਬਾਅਦ ਕਾਲੀਆ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ। ਪਹਿਲਾਂ ਉਹਨਾਂ ਦੀ ਗੱਲ ਕੰਪਲੀਟ ਨਹੀਂ ਹੋਈ ਸੀ। ਸੰਧਵਾ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਮੈਂ ਸਵੈਜ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਬਹੁਤ ਘੱਟ ਹੁੰਦਾ ਹੈ ਕਿ ਕੋਈ ਇੱਕੋ ਪਾਰਟੀ ਵਿੱਚ ਰਹਿ ਕੇ ਆਪਦੀ ਪਾਰਟੀ ਲੋਕ ਹੱਕ ਵਿੱਚ ਬਿਆਨ ਦੇਵੇ। ਦੋ ਤੁਹਾਡੇ ਸਾਬਕਾ ਪ੍ਰਧਾਨਾਂ ਨੇ, ਦੂਲੋ ਸਾਹਿਬ ਤੇ ਪ੍ਰਤਾਪ ਸਿੰਘ ਬਾਜਵਾ, ਇਸ ਗੱਲ ਦੇ ਖਿਲਾਫ ਆਵਾਜ਼ ਉੱਠੀ ਤੇ ਤੁਹਾਡਾ ਪ੍ਰਧਾਨ ਕਹਿ ਰਿਹਾ ਵੀ ਉਹਨਾਂ ਨੂੰ ਪਾਰਟੀ ਚੋਂ ਕੱਢ ਦੇਣਾ। ਮਤਲਬ ਇਹ ਤੁਹਾਡੀ ਇੱਥੇ ਇਹ ਮਤਲਬ ਕੀ ਥਿੰਕਿੰਗ ਕੀ ਹੈ ਤੁਹਾਡੀ? ਤੁਸੀਂ ਉਹ ਤੇ ਐਕਟ ਕਰੋ। ਜੇ ਉਹਨਾਂ ਨੇ ਹੌਸਲਾ ਕੀਤਾ, ਨਹੀਂ ਤਾਂ ਹੌਸਲਾ ਹੀ ਨਹੀਂ ਕੋਈ ਕਰਦਾ। ਅਕਾਲੀ ਦਲ ਨੇ ਬੇਅਦਬੀਆਂ ਦੇ ਵਿੱਚ ਬੜਾ ਮਾੜਾ ਰੋਲ ਕੀਤਾ ਤੇ ਕਿਸੇ ਨੇ ਹੌਸਲਾ ਨਹੀਂ ਕੀਤਾ ਵੀ ਉਹਨਾਂ ਦੀ ਅਥਾਰਟੀ ਨੂੰ ਕੁਐਸਚਨ ਕਰਨ ਦਾ। ਕਾਂਗਰਸ ਦੇ ਵਿੱਚ ਦੋ ਬੰਦਿਆਂ ਨੇ, ਦੋ ਸਾਬਕਾ ਪ੍ਰਧਾਨਾਂ ਨੇ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋਇਆ ਇਹ ਕਿ ਕਾਂਗਰਸ ਦੀ ਇਸ ਕਾਰਜਸ਼ੈਲੀ ਤੇ ਕਿਸੇ ਨੇ ਕੁਐਸਚਨ ਉੱਠਿਆ ਤੇ ਤੁਹਾਡਾ ਪ੍ਰਧਾਨ ਉਹਨਾਂ ਨੂੰ ਪਾਰਟੀ ਚੋਂ ਕੱਢਣ ਦੀ ਧਮਕੀਆਂ ਦੇ ਰਿਹਾ। ਮਤਲਬ ਕਮਾਲ ਦੀ ਗੱਲ ਹੈ। ਕਿ ਸੋਚ ਕੀ ਹੈ ਸੰਧਵਾ ਸਾਹਿਬ, ਇਹ ਵੀ ਜਾਣਕਾਰੀ ਹੈ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਉਹ ਮੁੱਦਾ ਉੱਠਿਆ ਹੈ। ਦੋ ਮੰਤਰੀਆਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਦੁੱਲੋ ਤੇ ਬਾਜਵਾ ਦੇ ਖਿਲਾਫ। ਚਲੋ ਠੀਕ ਹੈ, ਉਹ ਮਾਮਲਾ ਬਿਲਕੁਲ ਅਲੱਗ ਹੈਗਾ, ਇਸ ਦੇ ਨਾਲ ਜੁੜਿਆ ਹੋਇਆ। ਪਰ ਮੈਂ ਕਾਲੀਆ ਸਾਹਿਬ ਤੋਂ ਰਿਐਕਸ਼ਨ ਲੈਣਾ। ਮੰਤਰੀ ਵੀ ਗਲਤ ਹੈ, ਇਹ ਮੰਤਰੀ ਵੀ ਗਲਤ ਨੇ। ਜੀ ਮਨੋਰੰਜਨ ਕਾਲੀਆ ਜੀ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਤੁਹਾਡੀ ਪਹਿਲਾਂ ਆਵਾਜ਼ ਸਾਡੇ ਤੱਕ ਕਲੀਅਰ ਨਹੀਂ ਪਹੁੰਚ ਰਹੀ ਸੀ, ਪਰ ਅਸੀਂ ਜ਼ਰੂਰ ਬੀਜੇਪੀ ਦਾ ਪੱਖ ਇਸ ਦੇ ਵਿੱਚ ਜਾਣਨਾ ਚਾਹਾਂਗੇ ਕਿਉਂਕਿ ਕੇਂਦਰ ਦੇ ਵੱਡੇ ਲੀਡਰ ਨੇ, ਉਹ ਵੀ ਇਸ ਮਾਮਲੇ ਤੇ ਨਹੀਂ ਬੋਲੇ। ਚਰਚਾ ਇਹ ਵੀ ਹੁੰਦੀ ਹੈ ਕਿ ਜੇ ਯੂਪੀ 'ਚ ਕੁਝ ਹੋਇਆ ਹੋਵੇ ਜਾਂ ਜਿੱਥੇ ਕਾਂਗਰਸ ਦੀ ਸਰਕਾਰ ਕੋਈ ਹੋਰ ਸਟੇਟ ਦੇ ਵਿੱਚ ਹੋਵੇ, ਰੱਬ ਨਾ ਕਰੇ ਉੱਥੇ ਹੋਵੇ, ਤਾਂ ਉਹ ਪੂਰਾ ਮੁੱਦਾ ਚੁੱਕ ਲਿਆ ਜਾਂਦਾ ਹੈ। ਵੱਡੇ ਲੀਡਰ ਬੋਲਦੇ ਨੇ, ਪਰ ਅਜਿਹੇ ਲੀਡਰਾਂ ਦੇ ਉੱਤੇ, ਅਜਿਹੇ ਮਾਮਲਿਆਂ ਤੇ ਕਿਉਂ ਚੁੱਪ ਰਹਿੰਦੇ ਨੇ ਸਾਡੇ ਜਿਹੜੇ ਕੌਮੀ ਲੀਡਰ ਨੇ? ਉਹ देखो, बिल्कुल कैप्टन साहब जो कुछ बोलते पे सिर्फ लिप सर्विस है। ਹੁਣ ਸਿੱਧੀ ਜ਼ਿੰਮੇਵਾਰੀ ਜੇ ਅਸੀਂ ਕਹੀਏ, ਸਵੈਗ ਸਾਹਿਬ ਕਹਿੰਦੇ ਸਬਕ ਸਿੱਖਣ ਵਾਲੀ ਗੱਲ, ਕਿੰਨੇ ਸਬਕ ਸਿੱਖੋਗੇ? ਹੁਣ ਜਦੋਂ ਇਲੀਗਲ ਡਿਸਟਿਲਰੀ ਮਿਲੀ, ਰਾਜਪੁਰੇ 'ਚ ਮਿਲੀ ਜਿਹੜੀ ਹੈਗੀ ਹੈ, ਫਿਰ ਖੰਨਾ 'ਚ ਮਿਲੀ, ਹੁਣ ਉਹਦੇ ਤੋਂ ਸਬਕ ਸਿੱਖਦੇ ਤੇ ਉੱਥੇ ਹੀ ਤੁਸੀਂ ਸਾਰਿਆਂ ਨੂੰ ਨੱਪ ਦਿੰਦੇ ਤੇ ਉਹਦੇ ਨਾਲ 5600 ਕਰੋੜ ਦਾ ਜਿਹੜਾ ਹੈਗਾ ਰੈਵਨਿਊ ਜਿਹੜਾ ਲਾਸ ਹੋਇਆ। ਸੋ ਉਹਦੇ ਵਿੱਚ ਜਿਹੜਾ ਹੈਗਾ ਕਿ ਐਕਸ਼ਨ ਪ੍ਰੋਪਰ ਲਿੱਤਾ ਜਾਂਦਾ। ਫਿਰ ਇਹ ਹੈਗਾ ਕਿ ਵੀ ਜੇ ਤੁਸੀਂ ਐਕਸ਼ਨ ਨਹੀਂ ਲੈਂਦੇ, SIT ਸਿਰਫ ਬਿਠਾਤੀ, ਜੇ ਐਨਫੋਰਸਮੈਂਟ ਡਿਪਾਰਟਮੈਂਟ ਤੁਹਾਡੇ ਕੋਲੋਂ ਇਨਫੋਰਮੇਸ਼ਨ ਮੰਗਦਾ, ਤੁਸੀਂ ਕਿਉਂ ਨਹੀਂ ਦਿੰਦੇ? ਫਿਰ ਇਹ ਹੈਗਾ ਕਿ ਡੀਨੇਚਰਡ ਸਪਿਰਿਟ, ਚਾਹੇ ਜਿਹੜਾ ਐਕਸਟਰਾ ਨਿਊਟਰਲ ਸਪਿਰਿਟ ਹੈਗੀ ਹੈ, ਐਲਕੋਹਲ ਹੈਗੀ ਹੈ, ਉਹ ਸਾਰੀ ਰੈਗੂਲੇਟਡ ਹੈ, ਪਰਮਿਟ ਤੋਂ ਬਿਨਾਂ ਬਾਹਰ ਨਿਕਲ ਨਹੀਂ ਸਕਦੀ। ਤੇ ਐਕਸਾਈਜ਼ ਡਿਪਾਰਟਮੈਂਟ ਦਾ ਕਿ ਵੀ ਇਹਦੀ ਜ਼ਿੰਮੇਵਾਰੀ ਹੈ, ਚਾਹੇ ਪੇਂਟ ਸਟੋਰ ਨੇ ਵੇਚੀ ਹੋਏ, ਰੈਗੂਲੇਟਡ ਜਿਹੜੀ ਹੈਗੀ ਹੈ ਚੀਜ਼ ਨੂੰ ਕਿ ਵੀ ਤੁਸੀਂ ਮਾਪ ਕੇ ਰੱਖਣਾ ਹੁੰਦਾ ਕਿ ਕਿਹਨੂੰ ਦੇਣੀ ਹੈ, ਕਿਹਨੂੰ ਗਈ ਹੈ, ਉਹਦਾ ਵੀ ਇੱਕ ਰਿਕਾਰਡ ਹੁੰਦਾ। ਸੋ ਇਸ ਲਈ ਆਪਾਂ ਸਿੰਪਲ ਇਹ ਕਹੀਏ ਸਮਾਲ ਫਰਾਈਜ਼। ਫਿਰ ਹੈਗਾ ਕਿ ਕੈਪਟਨ ਸਾਹਿਬ ਕਹਿੰਦੇ ਆ ਕਿ ਕਤਲ ਹੋਇਆ, ਬਿਲਕੁਲ ਠੀਕ ਹੈ, ਕਤਲ ਹੋਇਆ ਤੇ ਫਿਰ ਤੁਸੀਂ ਹੋਮ ਮਿਨਿਸਟਰ ਤੁਸੀਂ ਐਕਸ਼ਨ ਜਿਹੜਾ ਹੈਗਾ ਲਵੋ, ਕਤਲ ਦਾ ਪਰਚਾ ਦਰਜ ਕਰੋ। ਹੁਣ ਸਵਾਲ ਇਹ ਕਿਹਦੇ ਅਗੇਂਸਟ ਕਰਨਾ? ਜਿਹੜੇ ਵਿਕਟਮਸ ਉਹਨਾਂ ਦੇ ਪਰਿਵਾਰਾਂ ਨੇ ਨਾਮ ਲਿੱਤੇ ਆ, ਰਮਨਜੀਤ ਸਿੰਘ ਸਿੱਕੀ ਦਾ, ਜਰਮਨਜੀਤ ਸਿੰਘ ਦਾ, ਔਰ ਜਿਹੜਾ ਹੈਗਾ ਉਹਨਾਂ ਨੇ ਧਰਮਵੀਰ ਸਿੰਘ ਆਪਣੇ ਜਿਹੜਾ ਹੈਗਾ ਅਗਨੀਹੋਤਰੀ ਦਾ, ਔਰ ਇਸੇ ਤਰ੍ਹਾਂ ਜਿਹੜਾ ਹੈਗਾ ਸੁਖਪਾਲ ਸਿੰਘ ਭੁੱਲਰ ਦਾ, ਰਮਨਿੰਦਰ ਸਿੰਘ ਗਿੱਲ ਦਾ ਨਾਮ ਲਿੱਤਾ ਹੈਗਾ, ਸੁਖਵਿੰਦਰ ਸਿੰਘ ਡੈਣੀ ਦਾ ਨਾਮ ਲਿੱਤਾ। ਫਿਰ ਉਹਨਾਂ ਨੇ ਇੰਨਾ ਹੀ ਨਹੀਂ ਹੈ, ਉਹਨਾਂ ਨੇ ਇਹ ਵੀ ਦੱਸਿਆ ਕਿਹੜੇ ਸਕੂਟਰ ਸਪਲਾਈ ਕਰਦੇ ਸੀ, ਉਹਨਾਂ ਦੇ ਨੰਬਰ, ਜਿਹੜੇ ਮੋਬਾਈਲ ਨੰਬਰ ਜਿਹੜੇ ਬੰਦੇ ਸਪਲਾਈ ਕਰਦੇ ਸੀ ਉਹਨਾਂ ਦੇ ਨੰਬਰ ਦਿੱਤੇ ਆ, ਉਹਨਾਂ ਦੇ ਨਾਮ ਦਿੱਤੇ ਆ। ਤੁਸੀਂ ਉਹਨਾਂ ਦੇ ਖਿਲਾਫ ਪਰਚਾ ਦਰਜ ਕਰੋ, ਆਪੇ ਹੀ ਬੋਲ ਪੈਣਗੇ। ਫਿਰ ਇਹ ਹੈ ਕਿ ਜਿਹੜੀ ਸੈਨਿਟੀ ਦੀ ਆਵਾਜ਼ ਆ, ਆਤਮਾ ਦੀ ਆਵਾਜ਼, ਮੈਂ ਤਾਂ ਕਹਾਂਗਾ ਜਿਹੜੀ ਗੱਲ ਦੂਲੋ ਸਾਹਿਬ ਔਰ ਬਾਜਵਾ ਉਹਨਾਂ ਨੇ ਗੱਲ ਕੀਤੀ ਹੈ, ਉਹਨਾਂ ਨੇ ਆਤਮਾ ਦੀ ਆਵਾਜ਼ ਨਾਲ ਜਨਤਾ ਨਾਲ ਖੜੇ ਹੋ ਗਿਆ। ਮੈਂ ਉਹਨਾਂ ਦੀ ਸ਼ਲਾਘਾ ਕਰਦਾ ਇਸ ਗੱਲ ਦਾ, ਔਰ ਇਸ ਗੱਲ ਨੂੰ ਕਿ ਮੈਂ ਸਾਰੇ ਜਿੰਨੇ ਵਿਧਾਇਕ ਹੈ ਉਹਨਾਂ ਨੂੰ ਵੀ ਤੁਸੀਂ ਆਪਣੀ ਆਤਮਾ ਦੀ ਆਵਾਜ਼ ਸੁਣੋ ਔਰ ਇਸ ਨਾਲ ਜਨਤਾ ਨਾਲ ਖੜੇ ਹੋ। ਹੁਣ ਤੁਸੀਂ ਚਾਰ ਮੰਤਰੀ ਲਾਗੇ ਕਿ ਕਾਊਂਟਰ ਕਰਨਾ, ਬਾਜਵਾ ਤੇ ਦੁੱਲੋ ਨੂੰ 4 ਗਨਮੈਨ ਦੇਤੇ, ਇਸ ਕਰਕੇ ਉਹ ਬੋਲ ਰਹੇ ਨੇ। ਕਹਿੰਦੇ ਬੀਜੇਪੀ ਦੀ ਸ਼ਾਇ ਹੈ, ਇਹ ਆਤਵਾਦੀ ਗੱਲ ਹੈ। ਜੇ ਗਲਤ ਹੋਇਆ ਤੇ ਗਲਤ ਨੂੰ ਗਲਤ ਕਹਿਣਾ, ਗਲਤ ਨੂੰ ਗਲਤ ਕਹਿਣਾ ਜਿਹੜਾ ਨਾ ਜੀ, ਦੇਖੋ ਗਲਤ ਨੂੰ ਗਲਤ ਕਹਿ ਰਹੇ ਆ, ਸਹੀ ਨੂੰ ਸਹੀ ਕਹਿ ਰਹੇ ਆ, ਉਹ ਆਪਣੀ ਆਤਮਾ ਦੇ ਅਨੁਸਾਰ ਕਰਦੇ ਪਏ ਆ। ਅੱਜ ਵੀ ਸਾਡੀ ਇੱਕ ਵਰਚੁਅਲ ਕਾਨਫਰੰਸ ਹੋਈ, ਤੁਹਾਨੂੰ ਦੱਸੀ ਹੈ, ਸਾਡੇ ਗ੍ਰਹਿ ਰਾਜ ਮੰਤਰੀ ਕੇਂਦਰੀ ਹੈ ਜੈ ਸ਼੍ਰੀ ਕ੍ਰਿਸ਼ਨ ਰੈੱਡੀ ਜੀ ਹੈ, ਉਹਨਾਂ ਨਾਲ ਅਸੀਂ ਮੰਗ ਕੀਤੀ ਕਿ ਸਾਰੇ ਮਾਮਲੇ ਨੂੰ CBI ਨੂੰ ਦਿੱਤਾ ਜਾਵੇ। ਇਹ ਮਾਮਲਾ ਉਹਦਾ ਸੁਲਝਣਾ ਨਹੀਂ ਹੈ,
ਐਡਾ ਵੱਡਾ ਮਾਮਲਾ ਇੱਕ ਪਾਸੇ ਲਾਨ ਫੜੀ ਜਾ ਰਹੀ ਹੈ, ਦੂਜੇ ਪਾਸੇ ਡੀਨੇਚਰ ਸਪਿਰਿਟ ਜਿਹੜੇ ਹੈਗਾ ਉਹਨਾਂ ਨਾਲ ਬੰਦੇ ਮਾਰੇ ਆ, ਤੀਜਾ ਹੈਗਾ ਜਿਹੜਾ ਐਕਸਟਰਾ ਨਿਊਟਰਲ ਐਲਕੋਹਲ ਹੈਗੀ ਆ ਉਹਦੇ ਨਾਲ ਇਲੀਗਲ ਡਿਸਟਿਲਰੀਆਂ ਚੱਲਦੀਆਂ, ਉਹਦੇ ਨਾਲ ਰੈਵਨਿਊ ਲਾਸ ਹੋ ਰਿਹਾ। ਤੁਸੀਂ ਇੱਕ ਇਨਕੁਆਰੀ ਜਿਹੜੀ ਹੈਗੀ ਐਨਫੋਰਸਮੈਂਟ ਡਿਪਾਰਟਮੈਂਟ ਦੇ ਦਿਓ, ਤੁਸੀਂ ਐਸਆਈਟੀ ਦੇਣੀ ਇੱਕ ਬਣਾ ਲਓ, ਦੂਜਾ ਜਿਹੜਾ ਹੈਗਾ ਤੁਸੀਂ ਸੀਬੀਆਈ ਨੂੰ ਦੇ ਦਿਓ। ਕਮ ਸੇ ਕਮ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਮਣੇ ਤਾਂ ਜਨਤਾ ਦੇ ਸਾਹਮਣੇ, ਤੇ 302 ਦਾ ਪਰਚਾ ਰਜਿਸਟਰ ਕਰੋ। ਜਿਹੜੇ ਜਨਤਾ ਦੇ ਸਾਹਮਣੇ ਆਣ। ਸਵੈਤ ਸਾਹਿਬ ਤੁਹਾਡਾ ਰਿਐਕਸ਼ਨ ਚਾਹੂੰਗਾ ਮੈਂ ਛੋਟਾ ਜਿਹਾ। ਤੁਹਾਡੇ ਵੱਡੇ ਲੀਡਰ ਬੋਲਦੇ ਨੇ ਤਾਂ ਤੁਸੀਂ ਪਾਰਟੀ ਤੋਂ ਬਾਹਰ ਕੱਢਣ ਦੇ ਲਈ ਚਿੱਠੀਆਂ ਲਿਖ ਦਿੰਦੇ ਆ, ਤੁਹਾਡੇ ਪ੍ਰਧਾਨ ਨੇ ਚਿੱਠੀ ਲਿਖ ਦਿੱਤੀ। ਦੂਜੇ ਪਾਸੇ ਤੁਸੀਂ ਡੀਸੀ ਤੇ ਐਸਐਸਪੀਜ਼ ਨੂੰ ਕਹਿ ਰਹੇ ਹੋ ਕਿ ਜਿਹੜਾ ਮਰਜ਼ੀ ਵੱਡਾ ਅਫਸਰ ਹੈ, ਕੋਈ ਵੱਡਾ ਲੀਡਰ ਹੈ, ਉਸ ਦੇ ਉੱਤੇ ਕਾਰਵਾਈ ਕਰ ਦਿਓ। ਉਹ ਕਿਵੇਂ ਕਰ ਦੇਣ ਕਾਰਵਾਈ? ਤੁਹਾਡੇ ਦੋ ਲੀਡਰਾਂ ਨੇ ਬੋਲਿਆ ਤਾਂ ਉਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਰਨ ਲੱਗੇ ਹੋਏ ਹੋ, ਉਹਨਾਂ ਦੇ ਕਾਰਵਾਈ ਦੇ ਉੱਤੇ ਲਿਖ ਦਿੱਤੇ ਚਿੱਠੀ, ਕਿਵੇਂ ਪੋਸੀਬਲ ਹੋਏਗਾ? ਗੌਰਵ ਜੀ, ਦੋ ਵੱਖਰੀਆਂ ਗੱਲਾਂ ਨੇ ਜੀ। ਜਿੱਥੋਂ ਤੱਕ ਸਾਡੇ ਦੋ ਸਾਬਕਾ ਪ੍ਰਧਾਨਾਂ ਨੇ ਕਾਂਗਰਸ ਪਾਰਟੀ ਦੇ ਸਰਕਾਰ ਤੇ ਸਵਾਲ ਚੁੱਕੇ ਨੇ, ਉਹ ਜਿਹੜਾ ਮਸਲਾ ਹੈਗਾ ਜੀ, ਉਹ ਮਸਲਾ ਦਿੱਲੀ ਜਿਹੜੀ ਸਾਡੀ ਹਾਈ ਕਮਾਂਡ ਨੇ ਕਰਨਾ ਹੈ, ਉਹਦੇ ਵਿੱਚ ਕੀ ਫੈਸਲਾ ਕਰਨਾ, ਕੀ ਐਕਸ਼ਨ ਲੈਣਾ, ਕਿਹਦੇ ਖਿਲਾਫ ਲੈਣਾ, ਉਹ ਉਹਨਾਂ ਨੇ ਕਰਨਾ ਹੈ। ਜਿੱਥੋਂ ਤੱਕ ਇਹ ਜਿਹੜਾ ਪੰਜਾਬ ਦੇ ਵਿੱਚ ਜੋ ਕਾਰਵਾਈ ਦਾ ਸਵਾਲ ਹੈਗਾ ਜੀ, ਉਹਦੇ ਵਾਸਤੇ ਤਾਂ ਮੇਰੇ ਖਿਆਲ ਹੁਣ ਆਪਾਂ ਨੂੰ ਇਸ ਤੋਂ ਵੱਡੇ ਜਿਹੜੇ ਹੈਗੇ ਆ ਕੋਈ ਐਕਸ਼ਨ ਜਿਹੜਾ ਹੈਗਾ ਅੱਜ ਤੱਕ ਅਸੀਂ ਅਕਾਲੀ ਸਰਕਾਰ ਵੇਲੇ ਜਾਂ ਉਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਹੋਏਗਾ। ਜੋ ਇਸ ਤੇ ਕ੍ਰੈਕਡਾਊਨ ਜੋ ਹੋ ਰਿਹਾ ਹੈ, ਜੋ ਇੰਨੀ ਵੱਡੀ ਲੈਵਲ ਤੇ ਜਿਹੜੇ ਹੈਗੇ ਆ ਬੁਰਜੋ ਫੜੇ ਜਾ ਰਹੇ ਨੇ, ਤੇ ਇਹ ਵੀ ਬਾਰ-ਬਾਰ ਕਿਹਾ ਜਾ ਰਿਹਾ ਹੈ, ਜਿਹੜੇ ਐਮਐਲਏ ਸਾਹਿਬਾਨ ਦੇ ਨਾਮ ਲਏ ਨੇ ਇਹਨਾਂ ਨੇ ਇੱਥੇ, ਸੰਧਵਾ ਸਾਹਿਬ ਨੇ, ਉਹਨਾਂ ਬਾਰੇ ਵੀ ਕਿ ਜੇ ਉਹਨਾਂ ਦਾ ਕੋਈ ਰੋਲ ਹੋਇਆ। ਦੇਖੋ, ਗੱਲਾਂ ਕਰਨੀਆਂ ਜਾਂ ਇਲਜ਼ਾਮ ਲਾਣੇ ਤਾਂ ਆਸਾਨ ਹੁੰਦੇ ਨੇ, ਲੇਕਿਨ ਬਿਨਾਂ ਤਫਤੀਸ਼ ਤੋਂ ਆਪਾਂ ਕੁਝ ਨਹੀਂ ਕਹਿ ਸਕਦੇ। ਅੱਜ ਦੇ ਦਿਨ ਦੇ ਵਿੱਚ ਅਗਰ ਉਹਨਾਂ ਦੇ ਖਿਲਾਫ ਕੋਈ ਕਿਸੇ ਕਿਸਮ ਦਾ ਕੋਈ ਸਬੂਤ ਆਇਆ ਤਾਂ ਉਹ ਵੀ ਨਹੀਂ ਬਖਸ਼ੇ ਜਾਣਗੇ। ਅੱਜ ਦੀ ਡੇਟ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਨਾ ਕਿ ਤੱਥ ਥੋੜੇ ਨੇ, ਉਹ ਲਾਜ਼ਮੀ ਤੌਰ ਤੇ ਪੁਆਇੰਟ ਹੈ, ਪੁਆਇੰਟ ਸਮਝ ਰਹੇ ਨੇ। ਕੋਈ ਬ੍ਰੇਕ ਤੋਂ ਬਾਅਦ ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ। ਤੇ ਅੱਜ ਅਸੀਂ ਜ਼ਿਕਰ ਕਰ ਰਹੇ ਹਾਂ ਸ਼ਰਾਬ ਕਾਂਡ ਦੇ ਉੱਤੇ, ਪਰ ਸਰਕਾਰ ਸਖਤ ਹੈ। ਸਰਕਾਰ ਕਾਂਡ ਦੇ ਮੁਲਜ਼ਮਾਂ ਦੇ ਖਿਲਾਫ, ਸ਼ਰਾਬ ਕਾਂਡ ਦੇ ਮੁਲਜ਼ਮਾਂ ਦੇ ਉੱਤੇ ਕਤਲ ਦਾ ਪਰਚਾ ਦਰਜ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਡੀਜੀਪੀ ਨੂੰ ਇਸ ਦੇ ਸਖਤ ਹੁਕਮ ਦਿੱਤੇ ਨੇ ਕਿ ਪ੍ਰਭਾਵਿਤ 3 ਜ਼ਿਲ੍ਹਿਆਂ ਦੇ ਐਸਐਸਪੀ ਤੇ ਡੀਸੀਜ਼ ਦੀ ਮੀਟਿੰਗ ਦੇ ਵਿੱਚ ਆਰਡਰ ਜਾਰੀ ਕੀਤੇ ਗਏ। ਮੁਲਜ਼ਮਾਂ ਤੇ ਅਜਿਹੀ ਧਾਰਾ ਲੱਗੇ ਕਿ ਉਹ ਜੇਲ੍ਹ ਦੇ ਵਿੱਚੋਂ ਛੁੱਟ ਨਾ ਸਕਣ। ਇਹ ਮੁੱਖ ਮੰਤਰੀ ਨੇ ਕਿਹਾ। ਉਹਨਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਨਾਲ ਨਕਲੀ ਸ਼ਰਾਬ ਦਾ ਧੰਦਾ ਜੜੋਂ ਖਤਮ ਕੀਤਾ ਜਾਵੇ। ਤਾਂ ਸਰਕਾਰ ਸਖਤੀ ਦੇ ਮੂਡ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਧੰਨਵਾਦ।